ਵਾਹਿਗੁਰੂ ਜੀ। ਸਤਨਾਮ ਵਾਹਿਗੁਰੂ ਜੀ। ਅੰਨ ਕਾਏ ਰਾਤੜਿਆ, ਵਾਟ ਦੋਹੇਲੀ ਰਾਮ। ਪਾਪ ਕਮਾਵੰਦਿਆ, ਤੇਰਾ ਕੋਏ ਨਾ ਬੇਲੀ ਰਾਮ। ਕੋਏ ਨਾ ਬੇਲੀ ਹੋਵੈ ਤੇਰਾ, ਸਦਾ ਪਛੋ ਤਾਵਹਿ। ਗੁਣ ਗੋਪਾਲ ਨਾ ਜਪੇ ਰਸਨਾ, ਫਿਰ ਕਦੋਂ ਸੇ ਦੇਹ ਆਵੈ। ਤਰਵਰ ਵਿਸ਼ੁਨੇ ਨਹਿ ਪਾਤ ਜੁੜਤੇ, ਜਮ ਮਾਗ ਗੌਨ ਅਕੇਲੀ। ਬਿਨਵੰਤ ਨਾਨਕ ਬਿਨ ਨਾਮ ਹਰਿ ਕੇ, ਸਦਾ ਫਿਰਤ ਦੋਹੇਲੀ। ਬਿਨਵੰਤ ਨਾਨਕ ਬਿਨ ਨਾਮ ਹਰਿ ਕੇ, ਸਦਾ ਫਿਰਤ ਦੋਹੇਲੀ। ਦੀਨ ਦਰਦ ਦੁਖ ਭੰਜਨ, ਘਟ ਘਟ ਨਾਥ ਅਨਾਥ। ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤੋ। ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ। ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ। ਜਿਨੇ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹੀ ਮਹਲਾ ਤੀਜਾ, ਜੇ ਲੋੜੈ ਵਰ ਬਾਲੜੀਏ, ਤਾਂ ਗੁਰ ਚਰਨੀ ਚਿਤ ਲਾਏ ਰਾਮ। ਸਦਾ ਹੋਵੈ ਸੁਹਾਗਣੀ, ਹਰ ਜੀਉ ਮਰੇ ਨਾ ਜਾਏ ਰਾਮ। ਹਰ ਜੀਉ ਮਰੇ ਨਾ ਜਾਏ, ਗੁਰ ਕੇ ਸਹਿਜ ਸੁਭਾਏ।
ਸਾਤਨ ਕੰਤ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸ਼ਬਦ ਸ਼ਿੰਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨ ਆਪੇ ਆਪ ਪਾਇਆ ਨਾਨਕ ਸਦਾ ਫਿਰ ਰਾਵੇ ਆਪਣਾ ਜਿਨ ਗੁਰ ਚਰਣੀ ਚਿਤ ਲਾਇਆ ਜੇ ਲੋੜੈ ਵਰ ਬਾਲੜੀਏ ਤਾਂ ਗੁਰ ਚਰਣੀ ਚਿਤ ਲਾਏ ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ, ਅਕਾਲ ਪੁਰਖ ਨੇ ਮਹਾਨ ਕਿਰਪਾ ਕੀਤੀ ਹੈ ਜੋ ਅੰਮ੍ਰਿਤ ਵੇਲੇ ਦਾ ਇਹ ਸਮਾਂ ਬਖਸ਼ਿਸ਼ ਕਰਦਿਆਂ ਹੋਇਆਂ ਸਾਨੂੰ ਸਤ ਸੰਗਤ ਦੇ ਨਾਲ ਨਿਵਾਜਿਆ ਹੈ। ਸਤ ਸੰਗਤ ਵਿੱਚ ਬੈਠ ਕੇ ਗੁਰੂ ਦਾ ਉਪਦੇਸ਼ ਸਰਵਨ ਕਰਨ ਵਾਸਤੇ ਆਏ ਹਾਂ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ। ਇਹ ਸਤ ਸੰਗਤ ਐਸੀ ਹੈ ਜਿੱਥੇ ਅਸੀਂ ਨਾਮ ਜਪਣ ਵਾਸਤੇ, ਬਾਣੀ ਪੜ੍ਹਨ ਵਾਸਤੇ ਪ੍ਰਾਪਤ ਹੋਏ ਹਾਂ। ਆਓ ਕੁਝ ਸਮੇਂ ਵਾਸਤੇ ਆਪਣੇ ਮਨ ਦੇ ਧਿਆਨ ਨੂੰ ਟਿਕਾ ਲਈਏ ਗੁਰੂ ਚਰਨਾਂ ਦੇ ਅੰਦਰ। ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਨ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹੀ ਮਹਲਾ ਤੀਜਾ। ਸੋਹੀ ਰਾਗ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਤਾਰੇ ਗਿਨੇ ਜਾਤ, ਤੇਰੇ ਤਾਰੇ ਨਾ ਗਿਨਾਤ। ਕਿਸੇ ਵਿਦਵਾਨ ਨੇ ਲਿਖਿਆ ਆਕਾਸ਼ ਦੇ ਤਾਰੇ ਤੇ ਹੋ ਸਕਦਾ ਕੋਈ ਗਿਣ ਲਵੇ, ਕੋਈ ਇਸ ਤਰ੍ਹਾਂ ਦਾ ਤਰੀਕਾ ਲੱਭ ਲਵੇ, ਕੋਈ ਇਸ ਤਰ੍ਹਾਂ ਦਾ ਸਾਧਨ ਬਣਾ ਲਵੇ, ਕੋਈ ਇਸ ਤਰ੍ਹਾਂ ਦੀ ਰਿਧੀ ਸਿੱਧੀ ਕਰਾਮਾਤ ਲੈ ਲਵੇ ਜਿਹਦੇ ਨਾਲ ਆਕਾਸ਼ ਦੇ ਤਾਰੇ ਗਿਣੇ ਜਾ ਸਕਣ। ਤਾਰੇ ਗਿਣੇ ਜਾਤ, ਵੈਸੇ ਤੇ ਆਕਾਸ਼ ਦੇ ਤਾਰੇ ਨਹੀਂ ਗਿਣੇ ਜਾ ਸਕਦੇ, ਪਰ ਕੋਈ ਕਰਾਮਾਤੀ ਹੋਵੇ। ਬਚਨ ਹੈ ਨਾ ਮਹਾਰਾਜ ਜੀਆਂ ਦਾ, ਗਸ਼ੇਨ ਨੈਣ ਭਾਰੇਨ ਨਾਨਕ, ਪਰਮਾਣੂ ਪਰਜੰਤ ਆਕਾਸੈ ਦੀਪ ਲੋ ਸੇ ਖੰਡਨ। ਜੋ ਗੁਰਬਾਣੀ ਵਿੱਚ ਲਿਖਿਆ ਹੈ ਨਾ ਉਹ ਅਟਲ ਹੈ ਵੀ ਕੋਈ ਇਸ ਤਰ੍ਹਾਂ ਦਾ ਨਿੱਕਾ ਜਿਹਾ ਬਣ ਜਾਵੇ ਪਰਮਾਣੂ ਦੇ ਵਾਂਗ, ਦੀਪਾਂ ਵਿੱਚ, ਖੰਡਾਂ ਵਿੱਚ, ਬ੍ਰਹਮੰਡਾਂ ਵਿੱਚ, ਪਤਾਲਾਂ ਵਿੱਚ, ਸਾਰੇ ਥਾਵਾਂ 'ਤੇ ਘੁੰਮ ਆਵੇ, ਐਸੀ ਤਾਕਤ ਲੈ ਲਵੇ, ਐਸਾ ਵਰ ਲੈ ਲਵੇ। ਹੁਣ ਗੁਰਮੁਖੋਂ ਸਿੱਧ ਵੀ ਤੇ ਉੱਡਦੇ ਸਨ, ਇੱਕ ਥਾਂ ਤੋਂ ਦੂਜੀ ਥਾਂ 'ਤੇ ਝੱਟ ਹੀ ਪਹੁੰਚ ਜਾਂਦੇ। ਹੋ ਸਕਦਾ ਕੋਈ ਬੰਦਾ ਇਸ ਤਰ੍ਹਾਂ ਦਾ ਕਰਾਮਾਤੀ ਦੁਨੀਆ 'ਤੇ ਹੋਵੇ ਜਿਹਦੇ ਕੋਲ ਕੋਈ ਸਾਇੰਸ ਦੀ ਤਰੱਕੀ ਦੇ ਨਾਲ ਕੋਈ ਇਸ ਤਰ੍ਹਾਂ ਦਾ ਸਾਧਨ ਬਣਾ ਲਵੇ, ਤਾਰੇ ਗਿਣੇ ਜਾਣ, ਜਾਂ ਕੋਈ ਤਪ ਕਰਕੇ ਕੋਈ ਸਿੱਧੀ ਐਸੀ ਲੈ ਲਵੇ ਕਿ ਤਾਰਿਆਂ ਨੂੰ ਗਿਣ ਸਕੇ। ਕਹਿਣ ਲੱਗੇ ਤਾਰੇ ਗਿਣੇ ਜਾਤ, ਤਾਰੇ ਤੇ ਹੋ ਸਕਦਾ ਕੋਈ ਗਿਣ ਲਵੇ, ਪਰ ਤੇਰੇ ਤਾਰੇ ਨਾ ਗਿਨਾਤ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਜਿੰਨੇ ਤੁਸੀਂ ਸੰਸਾਰ ਤੋਂ ਤਾਰ ਦਿੱਤੇ ਉਹਨਾਂ ਦੀ ਗਿਣਤੀ ਫਿਰ ਵੀ ਨਹੀਂ ਕੋਈ ਕਰ ਸਕਦਾ ਹੈ। ਤਾਰਿਆਂ ਦੀ ਗਿਣਤੀ ਤੇ ਹੋ ਸਕਦੀ ਹੈ, ਪਰ ਜਿਹੜੇ ਤੂੰ ਸੰਸਾਰ ਤੋਂ ਤਾਰ ਦਿੱਤੇ, ਜਿਨ੍ਹਾਂ ਦਾ ਭਲਾ ਕਰ ਦਿੱਤਾ, ਜਿਨ੍ਹਾਂ ਨੂੰ ਮੁਕਤ ਕਰ ਦਿੱਤਾ ਹੈ, ਉਹ ਗਿਣੇ ਨਹੀਂ ਜਾਂਦੇ। ਐਸੀ ਤੁਹਾਡੀ ਬਖਸ਼ਿਸ਼ ਹੈ। ਤਾਂ ਹੀ ਆਖਿਆ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ, ਤੁਹਾਡੀ ਉਪਮਾ ਤੁਹਾਨੂੰ ਹੀ ਸ਼ੋਭਦੀ ਹੈ।
ਐਸੇ ਗੁਰੂ ਅਮਰਦਾਸ ਮਹਾਰਾਜ ਜੀ ਪਵਿੱਤਰ ਉਪਦੇਸ਼ ਬਖਸ਼ਦੇ ਹਨ। ਜੇ ਲੋੜ ਹੈ ਵਰ ਬਾਲੜੀਏ। ਸਤਿਗੁਰੂ ਕਹਿਣ ਲੱਗੇ, ਬਾਲੜੀਏ ਐ ਜਗਿਆਸੂ ਰੂਪ ਇਸਤਰੀਏ, ਜੇ ਲੋੜ ਹੈ ਵਰ, ਜੇ ਪਤੀ ਪਰਮਾਤਮਾ ਨੂੰ ਵਰ ਦੇ ਰੂਪ ਦੇ ਵਿੱਚ ਪਾਉਣਾ ਚਾਹੁੰਦੀ ਹੈ, ਆਪਾਂ ਸਿੱਧਾ ਜਿਹਾ ਬਚਨ ਇਹ ਕਹਿ ਦਈਏ ਵੀ ਇਹ ਬੰਦਿਆ, ਜੇ ਤੂੰ ਰੱਬ ਨੂੰ ਪਾਉਣਾ ਚਾਹੁੰਦਾ, ਜਾਂ ਇਹ ਜਗਿਆਸੂ ਰੂਪ ਇਸਤਰੀ ਜੇ ਤੂੰ ਪਤੀ ਰੂਪ ਪਰਮਾਤਮਾ ਨੂੰ ਪਾਉਣਾ ਚਾਹੁੰਦੀ ਹੈ, ਤੇ ਕੀ ਕਰਨਾ ਪਵੇਗਾ। ਹੁਣ ਸਾਡਾ ਸਾਰਿਆਂ ਦਾ ਹੀ ਇੱਕੋ ਸਵਾਲ ਹੈ ਕਿ ਮੈਂ ਪਰਮਾਤਮਾ ਨੂੰ ਪਾਉਣਾ ਹੈ। ਉਹ ਸਾਡਾ ਸਵਾਲ ਮਹਾਰਾਜ ਨੇ ਲਿਖਿਆ। ਬਾਲੜੀਏ ਨਾਮ ਹੈ ਇਸਤਰੀ ਦਾ, ਜਗਿਆਸੂ ਰੂਪ ਇਸਤਰੀ। ਜਗਿਆਸੂ ਕਿਹਾ ਜਾਂਦਾ ਹੈ ਜਿਹਦੇ ਮਨ ਵਿੱਚ ਇੱਛਾ ਹੈ, ਜਿਹੜਾ ਰੱਬ ਦੇ ਰਾਹ 'ਤੇ ਤੁਰਿਆ ਹੈ, ਤੁਰ ਤੇ ਪਿਆ ਪਰ ਮੰਜ਼ਿਲ 'ਤੇ ਨਹੀਂ ਪਹੁੰਚਿਆ, ਉਹਨੂੰ ਜਗਿਆਸੂ ਕਿਹਾ ਹੈ। ਜਿਸ ਜੀਵ ਦੀ ਇੱਛਾ ਹੈ ਕਿ ਮੈਂ ਰੱਬ ਨੂੰ ਮਿਲਾਂ ਪਰ ਮਿਲਿਆ ਨਹੀਂ। ਜੇ ਲੋੜ ਹੈ ਵਰ, ਜੇ ਤੂੰ ਚਾਹੁੰਦਾ ਹੈ ਕਿ ਰੱਬ ਮੈਨੂੰ ਪਤੀ ਦੇ ਰੂਪ ਵਿੱਚ ਮਿਲੇ, ਮੈਨੂੰ ਪਰਮਾਤਮਾ ਮਿਲ ਜਾਵੇ, ਤੇ ਤੈਨੂੰ ਇੱਕ ਕੰਮ ਬੜਾ ਜ਼ਰੂਰੀ ਹੈ ਜਿਹੜਾ ਕਰਨਾ ਪਵੇਗਾ। ਜਿੰਨਾ ਚਿਰ ਉਹ ਕੰਮ ਕਰ ਨਹੀਂ ਲੈਂਦਾ ਉਹਨਾਂ ਚਿਰ ਰੱਬ ਮਿਲੇਗਾ ਨਹੀਂ। ਮਹਾਰਾਜ ਨੂੰ ਪੁੱਛਿਆ, ਸਤਿਗੁਰੂ ਦੱਸੋ ਉਹ ਕਿਹੜਾ ਇਹੋ ਜਿਹਾ ਕੰਮ ਹੈ ਜਿਹੜਾ ਕਰਨ ਦੇ ਨਾਲ ਪਰਮਾਤਮਾ ਮਿਲੇਗਾ। ਤੇ ਮਹਾਰਾਜ ਫਿਰ ਦੱਸਦੇ ਹਨ, ਗੁਰ ਚਰਣੀ ਚਿਤ ਲਾਏ ਰਾਮ। ਮਹਾਰਾਜ ਕਹਿਣ ਲੱਗੇ, ਤੈਨੂੰ ਗੁਰੂ ਦੇ ਚਰਨਾਂ ਦੇ ਨਾਲ ਆਪਣਾ ਮਨ ਲਾਉਣਾ ਪਵੇਗਾ। ਰੱਬ ਨੂੰ ਮਿਲਣਾ ਚਾਹੁੰਦਾ ਹੈ, ਰੱਬ ਮਿਲ ਜਾਵੇਗਾ, ਪਰ ਮਿਲੇਗਾ ਉਸ ਵੇਲੇ ਜਦੋਂ ਤੇਰਾ ਮਨ ਗੁਰੂ ਚਰਨਾਂ ਦੇ ਨਾਲ ਜੁੜ ਗਿਆ, ਗੁਰੂ ਚਰਨਾਂ ਦੇ ਨਾਲ ਲੱਗ ਗਿਆ। ਤੇ ਗੁਰਮੁਖੋ ਅਸੀਂ ਸੰਗਤ ਵਿੱਚ ਆ ਕੇ ਤਾਂ ਹੀ ਇਹ ਬੇਨਤੀ ਕਰਦੇ ਹਾਂ ਨਾ ਵੀ ਆਪਣਾ ਮਨ ਦਾ ਧਿਆਨ ਟਿਕਾਈਏ। ਕਥਾ ਸੁਣਦਿਆਂ, ਕੀਰਤਨ ਸੁਣਦਿਆਂ, ਪਾਠ ਸੁਣਦਿਆਂ ਮਨ ਦੌੜਦਾ ਹੈ, ਭੱਜਦਾ ਹੈ, ਟਿਕਦਾ ਨਹੀਂ। ਜਿੰਨਾ ਚਿਰ ਮਨ ਸ਼ਬਦ ਉੱਪਰ ਨਹੀਂ ਟਿਕਿਆ, ਜਿੰਨਾ ਚਿਰ ਮਨ ਗੁਰੂ ਚਰਨਾਂ 'ਤੇ ਨਹੀਂ ਟਿਕਿਆ, ਉਹਨਾਂ ਚਿਰ ਤੈਨੂੰ ਪਰਮਾਤਮਾ ਜਿਹੜਾ ਹੈ ਉਹ ਪਤੀ ਦੇ ਰੂਪ ਵਿੱਚ ਨਹੀਂ ਮਿਲੇਗਾ। ਮਿਲੇਗਾ ਉਸ ਵੇਲੇ ਜਦੋਂ ਤੇਰਾ ਮਨ ਟਿਕ ਜਾਏਗਾ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸੁਲਤਾਨਪੁਰ ਦੀ ਧਰਤੀ 'ਤੇ ਕਾਜੀ ਨੂੰ ਵੀ ਉਹੀ ਬਚਨ ਆਖੇ ਸਨ। ਕਹਿਣ ਲੱਗੇ, ਕਾਜੀ ਸਾਹਿਬ ਨਮਾਜ਼ ਤੇ ਪੜ੍ਹੀ ਹੈ ਪਰ ਨਮਾਜ਼ ਦੇ ਵਿੱਚ ਚਿੱਤ ਨਹੀਂ ਲੱਗਾ। ਨਵਾਬ ਖਲੋਤਾ ਹੈ, ਦੌਲਤ ਖਾਨ ਕਹਿਣ ਲੱਗੇ, ਜੀ ਤੁਸੀਂ ਵੀ ਖੜੇ ਜ਼ਰੂਰ ਹੋ, ਨਮਾਜ਼ ਤੇ ਤੁਸੀਂ ਵੀ ਪੜ੍ਹੀ ਹੈ ਪਰ ਚਿੱਤ ਤੁਹਾਡਾ ਵੀ ਨਹੀਂ ਲੱਗਾ। ਮਹਾਰਾਜ ਕਹਿਣ ਲੱਗੇ, ਹਰ ਚਰਣੀ ਚਿੱਤ ਲਾਏ ਰਾਮ। ਜਿੰਨਾ ਚਿਰ ਚਿੱਤ ਨਹੀਂ ਨਾ ਲੱਗਦਾ, ਜਿੰਨਾ ਚਿਰ ਮਨ ਨਹੀਂ ਨਾ ਜੁੜਦਾ, ਉਹਨਾਂ ਚਿਰ ਪ੍ਰਮਾਤਮਾ ਨਹੀਂ ਮਿਲਣਾ ਹੈ। ਜੇ ਲੋੜ ਹੈ ਵਰ ਬਾਲੜੀਏ, ਐ ਜਗਿਆਸੂ ਰੂਪ ਇਸਤਰੀਏ, ਜੇ ਤੂੰ ਪਤੀ ਰੂਪ ਪਰਮਾਤਮਾ ਨੂੰ ਵਰ ਦੇ ਰੂਪ ਦੇ ਵਿੱਚ ਪਾਉਣਾ ਚਾਹੁੰਦੀ ਹੈ, ਗੁਰ ਚਰਣੀ ਚਿੱਤ ਲਾਏ ਰਾਮ। ਤੇਰਾ ਚਿੱਤ ਗੁਰੂ ਚਰਨਾਂ ਨਾਲ ਲੱਗੇਗਾ ਤਾਂ। ਇਹ ਸਾਨੂੰ ਅੱਜ ਅੰਮ੍ਰਿਤ ਵੇਲੇ ਦਾ ਉਪਦੇਸ਼ ਮਿਲਿਆ ਹੈ। ਸਕੂਲ ਦੇ ਵਿੱਚ ਸ਼ੁਭ ਵਿਚਾਰ ਸੁਣਾਇਆ ਜਾਂਦਾ ਨਾ ਕਿ ਸਵੇਰ ਵੇਲੇ ਦਾ ਸ਼ੁਭ ਵਿਚਾਰ ਕੀ ਹੈ, ਤੇ ਉਹ ਸ਼ੁਭ ਵਿਚਾਰ ਜਿਹੜਾ ਲਿਖਿਆ ਜਾਂਦਾ ਬਲੈਕ ਬੋਰਡ 'ਤੇ, ਬੱਚਿਆਂ ਨੂੰ ਸਮਝਾਇਆ ਜਾਂਦਾ। ਅੱਜ ਦਾ ਇਹ ਵਿਚਾਰ ਹੈ। ਸਤਿਗੁਰੂ ਜੀਆਂ ਨੇ ਸਾਨੂੰ ਇਹ ਵਿਚਾਰ ਜੀਵਨ ਦਾ ਹੀ ਬਖਸ਼ਿਸ਼ ਕਰ ਦਿੱਤਾ। ਕਹਿਣ ਲੱਗੇ, ਤੈਨੂੰ ਪੂਰੇ ਜੀਵਨ ਦਾ ਹੀ ਇਹ ਉਪਦੇਸ਼ ਦੇ ਦਿੱਤਾ ਹੈ। ਜਿੰਨਾ ਚਿਰ ਗੁਰੂ ਚਰਨਾਂ ਨਾਲ ਚਿੱਤ ਨਹੀਂ ਲਾਉਂਦਾ, ਉਹਨਾਂ ਚਿਰ ਪਰਮਾਤਮਾ ਨਹੀਂ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਦੀ ਇਹ ਸਾਖੀ ਆਪਾਂ ਸਰਵਣ ਕਈ ਵਾਰਾਂ ਕੀਤੀ ਹੈ। ਕਾਜੀ ਨੂੰ ਆਖਿਆ, ਕਹਿਣ ਲੱਗੇ, ਕਾਜੀ ਜਿੰਨਾ ਚਿਰ ਤੇਰਾ ਮਨ ਨਮਾਜ਼ ਵਿੱਚ ਨਹੀਂ ਲੱਗੇਗਾ, ਉਹਨਾਂ ਚਿਰ ਰੱਬ ਨਹੀਂ ਮਿਲੇਗਾ, ਖੁਦਾ ਨਹੀਂ ਮਿਲੇਗਾ। ਇਸ ਕਰਕੇ ਜੇ ਖੁਦਾ ਨੂੰ, ਪਰਮਾਤਮਾ ਨੂੰ, ਰੱਬ ਨੂੰ ਪਾਉਣਾ ਚਾਹੁੰਦਾ ਤੇ ਪਹਿਲਾਂ ਗੁਰੂ ਦੇ ਚਰਨਾਂ ਦੇ ਵਿੱਚ ਆਪਣੇ ਚਿੱਤ ਨੂੰ ਜੋੜ ਲੈਣਾ ਕਰ। ਸਦਾ ਹੋਵੇ ਸੁਹਾਗਣੀ, ਹਰ ਜਿਉ ਮਰੇ ਨਾ ਜਾਏ ਰਾਮ। ਜੇ ਤੂੰ ਪ੍ਰਮਾਤਮਾ ਦੇ ਨਾਲ ਜੁੜ ਗਿਆ, ਜੇ ਤੂੰ ਪ੍ਰਮਾਤਮਾ ਨੂੰ ਪਤੀ ਬਣਾ ਲਿਆ, ਤੂੰ ਸਦਾ ਵਾਸਤੇ ਸੁਹਾਗਣ ਹੋ ਜਾਏਗਾ। ਸਦਾ ਵਾਸਤੇ ਹੀ ਵਿਆਹੇ ਜਾਣਾ, ਸਦਾ ਵਾਸਤੇ ਹੀ ਜੁੜ ਜਾਣਾ। ਦੁਨੀਆ ਦੇ ਵਿੱਚ ਭਾਵੇਂ ਪਤੀ ਹੈ ਤੇ ਭਾਵੇਂ ਪਤਨੀ ਹੈ, ਸਦਾ ਵਾਸਤੇ ਨਹੀਂ ਇੱਕ ਦੂਜੇ ਦਾ ਸਹਾਰਾ ਬਣ ਸਕਦੇ, ਰਹਿ ਸਕਦੇ। ਕੋਈ ਜ਼ਿੰਦਗੀ ਦੇ ਸਾਲ ਨੇ,
ਕੋਈ 5 ਸਾਲ, ਕੋਈ 20 ਸਾਲ, ਕੋਈ 30, ਕੋਈ 40 ਸਾਲ ਦਾ ਸਾਥ ਨਿਭਦਾ। ਹੱਦ ਕੋਈ 50-60 ਸਾਲ ਦਾ ਵੀ ਨਿਭਾਵੇਗਾ, ਉਸ ਤੋਂ ਮਗਰੋਂ ਜਾਂ ਪਤਨੀ ਦੀ ਮੌਤ ਹੈ ਜਾਂ ਪਤੀ ਦੀ ਮੌਤ ਹੈ, ਦੋਨਾਂ 'ਚੋਂ ਇੱਕ ਜਾਣਾ ਤੁਰ ਜਾਂਦਾ, ਫਿਰ ਸਮਾਂ ਆਉਂਦਾ ਦੂਜਾ ਵੀ ਤੁਰ ਜਾਂਦਾ। ਇਹ ਦੁਨਿਆਵੀ ਜਿਹੜੇ ਪਤੀ ਨੇ ਜਾਂ ਪਤਨੀ ਹੈ, ਇਹ ਸਦਾ ਵਾਸਤੇ ਰਹਿਣ ਵਾਲੇ ਨਹੀਂ, ਸਦਾ ਵਾਸਤੇ ਇੱਕ ਦੂਜੇ ਦੇ ਪਤੀ ਪਤਨੀ ਨਹੀਂ ਹਨ। ਗੁਰਬਾਣੀ ਦਾ ਬਚਨ ਆਪਾਂ ਪੜ੍ਹਦੇ ਹਾਂ, ਕੇਤੇ ਮਾਤ ਪਿਤਾ ਸੁਤ ਧੀਆ, ਕੇਤੇ ਗੁਰ ਚੇਲੇ ਫੁਨ ਹੂਆ। ਬੰਦਿਆ ਪਤਾ ਨਹੀਂ ਕਿੰਨੇ ਕੁ ਜਨਮ ਤੂੰ ਕਦੇ ਕਿਸੇ ਦਾ ਪਤੀ ਬਣਿਆ, ਕਦੇ ਕਿਸੇ ਦੀ ਪਤਨੀ ਬਣਿਆ, ਕਿਉਂਕਿ ਸਦਾ ਨਹੀਂ ਨਾ, ਕੁਝ ਸਮੇਂ ਵਾਸਤੇ ਹੈ, 20 30 50 ਸਾਲ ਵਾਸਤੇ। ਕਦੇ ਕਿਸੇ ਦਾ ਬਾਪ ਬਣ ਗਿਆ, ਕਦੇ ਕਿਸੇ ਦਾ ਪੁੱਤਰ ਬਣ ਗਿਆ, ਪਰ ਉਹ ਵੀ ਸਦਾ ਵਾਸਤੇ ਨਹੀਂ। ਕੁਝ ਸਾਲਾਂ ਦਾ ਪੁੱਤਰਾਂ ਨਾਲ ਰਿਸ਼ਤਾ ਬਣਿਆ, ਕੁਝ ਸਾਲਾਂ ਦਾ ਬਾਪ ਦੇ ਨਾਲ ਰਿਸ਼ਤਾ ਬਣਿਆ। ਜਿਸ ਪੁੱਤਰ ਦੀ ਉਮਰਾ ਵੱਡੀ ਉਹਦਾ ਬਾਪ ਨਹੀਂ ਹੋਵੇਗਾ, ਤੇ ਜਿਹੜਾ ਪੁੱਤਰ ਛੋਟਾ ਉਹਦਾ ਬਾਪ ਹੈ। ਭਾਵੇਂ ਸਾਡਾ ਮਾਂ-ਬਾਪ ਹੈ, ਭਾਵੇਂ ਸਾਡੇ ਪੁੱਤਰ ਧੀਆਂ ਨੇ, ਭਾਵੇਂ ਪਤੀ ਪਤਨੀ ਹੈ, ਇਹ ਰਿਸ਼ਤੇ ਸਦਾ ਨਹੀਂ ਰਹਿਣ ਵਾਲੇ, ਕੁਝ ਸਮੇਂ ਵਾਸਤੇ ਨੇ, ਫਿਰ ਉਹ ਸਰੀਰ ਸਾਨੂੰ ਛੱਡ ਕੇ ਚਲਾ ਜਾਏਗਾ। ਪਰ ਜਿਹਨੇ ਪ੍ਰਮਾਤਮਾ ਨੂੰ ਪਤੀ ਬਣਾ ਲਿਆ, ਸਤਿਗੁਰੂ ਕਹਿਣ ਲੱਗੇ ਸਦਾ ਹੋਵੈ ਸੁਹਾਗਣੀ। ਜਿਹਨੇ ਪ੍ਰਮਾਤਮਾ ਨੂੰ ਪਤੀ ਬਣਾ ਲਿਆ, ਉਹ ਸਦਾ ਵਾਸਤੇ ਸੁਹਾਗਣ ਹੋ ਗਈ ਹੈ, ਰੱਬ ਦੀ ਹੋ ਗਈ ਹੈ। ਕਿਉਂ? ਹਰ ਜਿਉ ਮਰੈ ਨਾ ਜਾਏ ਰਾਮ, ਨਾ ਰੱਬ ਦੀ ਮੌਤ ਹੁੰਦੀ ਹੈ, ਨਾ ਰੱਬ ਦਾ ਜਨਮ ਹੁੰਦਾ ਹੈ। ਜਿਹਦਾ ਜਨਮ ਹੋਵੇਗਾ ਉਹਦੀ ਮੌਤ ਵੀ ਹੋਵੇਗੀ। ਪਰਮਾਤਮਾ ਦਾ ਜਨਮ ਹੀ ਨਹੀਂ ਹੈ ਤੇ ਮੌਤ ਕਿਵੇਂ ਹੋਵੇ? ਥਾਪਿਆ ਨਾ ਜਾਏ। ਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਥਾਪਿਆ ਨਾ ਜਾਏ, ਉਹ ਪੈਦਾ ਕੀਤਾ ਜਾਣ ਵਾਲਾ ਨਹੀਂ ਹੈ, ਕਿਉਂਕਿ ਜਿਹੜਾ ਪੈਦਾ ਹੋਵੇਗਾ ਉਹਨੇ ਖਤਮ ਵੀ ਹੋ ਜਾਣਾ ਹੈ, ਤੇ ਜਿਹੜਾ ਪੈਦਾ ਹੀ ਨਹੀਂ, ਜਿਹਦਾ ਜਨਮ ਹੀ ਨਹੀਂ, ਉਹ ਮਰੇਗਾ ਨਹੀਂ। ਹਰ ਜਿਉ ਮਰੈ ਨਾ ਜਾਏ ਰਾਮ, ਰੱਬ ਕਦੇ ਜਨਮ ਲੈ ਕੇ ਨਹੀਂ ਆਉਂਦਾ ਹੈ, ਜਿਹੜਾ ਜਨਮ ਲੈ ਕੇ ਆਇਆ ਉਹਨੇ ਮਰਨਾ ਹੈ। ਹਰ ਜਿਉ ਮਰੈ, ਨਾ ਉਹ ਮਰਦਾ ਹੈ ਨਾ ਉਹ ਜੰਮਦਾ ਹੈ। ਸੋ ਮੁਖ ਜਲੋ ਜੋ ਕਹਿ ਹੈ ਠਾਕੁਰ ਜੋਨੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਬਚਨ ਕਰਦੀ ਹੈ, ਉਹ ਮੂੰਹ ਸੜ ਜਾਵੇ ਜਿਹੜਾ ਮੂੰਹ ਇਹ ਗੱਲ ਕਹਿੰਦਾ ਵੀ ਰੱਬ ਜੂਨਾਂ ਵਿੱਚ ਆਉਂਦਾ ਹੈ। ਉਹ ਆਉਂਦਾ ਹੀ ਨਹੀਂ ਜਨਮਾਂ ਦੇ ਵਿੱਚ, ਜਨਮਾਂ ਤੋਂ ਮੁਕਤ ਹੈ। ਦੋ ਬਚਨ ਸਾਡੇ ਪੱਲੇ ਮਹਾਰਾਜ ਨੇ ਪਾਏ। ਪਹਿਲਾ ਬਚਨ ਇਹ ਹੈ, ਜੇ ਪ੍ਰਮਾਤਮਾ ਨੂੰ ਮਿਲਣਾ ਚਾਹਣਾ ਤੇ ਗੁਰੂ ਦੇ ਚਰਨਾਂ ਵਿੱਚ ਆਪਣਾ ਚਿੱਤ ਜੋੜ ਲਾ, ਧਿਆਨ ਜੋੜ ਲਾ ਗੁਰੂ ਦੇ ਚਰਨਾਂ ਦੇ ਵਿੱਚ। ਦੂਜਾ ਬਚਨ ਮਹਾਰਾਜ ਜੀਆਂ ਨੇ ਬਖਸ਼ਿਆ ਹੈ, ਦੁਨੀਆ ਦੇ ਰਿਸ਼ਤੇ ਐ ਗੁਰੂ ਕਿਹਾ ਸਿੱਖਾ ਕੁਝ ਸਮੇਂ ਵਾਸਤੇ, ਕੋਈ 5 ਸਾਲ ਵਾਸਤੇ, ਕੋਈ 20 ਸਾਲ ਵਾਸਤੇ, ਭਾਵੇਂ ਮਾਂ-ਬਾਪ, ਧੀਆਂ ਪੁੱਤਰ, ਪਤੀ ਪਤਨੀ, ਕੋਈ ਵੀ ਰਿਸ਼ਤਾ ਹੈ, ਇਹ ਰਿਸ਼ਤਾ ਇੱਕ ਦਿਨ ਮੁੱਕ ਜਾਣਾ ਹੈ। ਪਰ ਜੇ ਤੇਰਾ ਰਿਸ਼ਤਾ ਪਰਮਾਤਮਾ ਦੇ ਨਾਲ ਬਣ ਗਿਆ, ਤੂੰ ਉਹਨੂੰ ਆਪਣਾ ਪਤੀ ਬਣਾ ਲਿਆ, ਇਹ ਰਿਸ਼ਤਾ ਤੇਰਾ ਸਦਾ ਹੀ ਰਹੇਗਾ, ਕਿਉਂਕਿ ਨਾ ਪਰਮਾਤਮਾ ਜਾਵੇ, ਨਾ ਉਹਦਾ ਜਨਮ ਹੋਵੇ, ਨਾ ਉਹਦੀ ਮੌਤ ਹੈ, ਉਹ ਸਦਾ ਰਹਿਣ ਵਾਲਾ ਹੈ। ਜੁਗ ਜੁਗ ਏਕੋ ਵੇਸ, ਜੁਗਾਂ ਜੁਗਾਂ ਤੋਂ ਇੱਕ ਹੀ ਹੈ, ਉਹ ਕਦੇ ਨਹੀਂ ਜਾਂਦਾ, ਕਦੇ ਨਾਸ ਨਹੀਂ ਹੁੰਦਾ। ਤੂੰ ਸਦਾ ਸਲਾਮਤ ਨਿਰੰਕਾਰ। ਪਰਮਾਤਮਾ ਤੂੰ ਇੱਕ ਇਹੋ ਜਿਹੀ ਤਾਕਤ ਹੈ ਜਿਹੜੀ ਸਦਾ ਸਲਾਮਤ ਰਹਿਣ ਵਾਲੀ ਹੈ, ਸਦਾ ਰਹਿਣ ਵਾਲਾ ਹੈ। ਤੇਰੇ ਬਿਨਾ ਕੋਈ ਸਲਾਮਤ ਰਹਿਣ ਵਾਲਾ ਨਹੀਂ, ਤੇਰੇ ਬਿਨਾ ਸਾਰੀ ਦੁਨੀਆ ਆਉਣ ਜਾਣ ਵਾਲੀ ਹੈ। ਜਿਨਨੇ ਉਸ ਸਦਾ ਸਲਾਮਤ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ, ਜਿਹਨੂੰ ਮਹਾਰਾਜ ਨੇ ਆਖਿਆ ਜੁਗ ਜੁਗ ਏਕੋ ਵੇਸ, ਜਿਹਨੇ ਉਹਨੂੰ ਪ੍ਰਾਪਤ ਕਰ ਲਿਆ, ਕਹਿਣ ਲੱਗੇ ਨਾ ਉਹ ਮਰਦਾ ਨਾ ਉਹ ਜੰਮਦਾ ਹੈ, ਉਹ ਜੀਵ ਇਸਤਰੀ ਫਿਰ ਸਦਾ ਵਾਸਤੇ ਸੁਹਾਗਣ ਹੋ ਜਾਂਦੀ ਹੈ। ਹਰ ਜਿਉ ਮਰੈ ਨਾ ਜਾਏ, ਗੁਰ ਕੇ ਸਹਿ ਸੁਭਾਏ, ਸਾ ਧਨ ਕੰਤ ਪਿਆਰੀ। ਉਹ ਪਰਮਾਤਮਾ ਜੰਮਦਾ ਨਹੀਂ, ਉਹ ਪਰਮਾਤਮਾ ਮਰਦਾ ਨਹੀਂ। ਜਿਹੜਾ ਜੰਮਦਾ ਤੇ ਮਰਦਾ ਨਹੀਂ ਨਾ, ਤੇ ਜਿਨ੍ਹਾਂ ਨੇ ਸਹਿਜੇ ਹੀ ਉਸ ਦੇ ਵਿੱਚ ਪ੍ਰੀਤੀ ਕੀਤੀ ਹੈ, ਪ੍ਰੇਮ ਕੀਤਾ, ਜਿਨ੍ਹਾਂ ਰੱਬ ਦੇ ਨਾਲ ਪ੍ਰੇਮ ਕੀਤਾ ਹੈ, ਸਾ ਧਨ, ਉਹ ਜੀਵ ਇਸਤਰੀ ਕੰਤ ਪਰਮਾਤਮਾ ਨੂੰ ਪਿਆਰੀ ਲੱਗਦੀ ਹੈ। ਰੱਬ ਨੂੰ ਵੀ ਪਿਆਰਾ ਉਹੀ ਲੱਗਦਾ ਜਿਹੜਾ ਰੱਬ ਨੂੰ ਪਿਆਰ ਕਰਦਾ ਹੈ।
ਸਤਿਗੁਰੂ ਕਹਿਣ ਲੱਗੇ ਹਰਿ ਜਿਉ ਮਰੇ ਨਾ ਜਾਏ। ਗੁਰੂ ਪ੍ਰਮਾਤਮਾ ਕਦੇ ਜੰਮਦਾ ਜਾਂ ਮਰਦਾ ਨਹੀਂ ਹੈ। ਸਹਿਜ ਸੁਭਾਏ, ਗੁਰ ਕੈ ਸਹਿਜ ਸੁਭਾਏ। ਗੁਰੂ ਦੇ ਉਪਦੇਸ਼ ਦੇ ਨਾਲ ਜਿਹਨੇ ਸਿੱਖਿਆ ਨੂੰ ਕਮਾਇਆ ਹੈ, ਜਿਹਨੇ ਉਹਦੇ ਨਾਲ ਪ੍ਰੇਮ ਕੀਤਾ ਗੁਰੂ ਦੇ ਸ਼ਬਦ ਕਰਕੇ, ਮਹਾਰਾਜ ਕਹਿਣ ਲੱਗੇ ਸਾ ਧਨ ਕੰਤ ਪਿਆਰੀ। ਉਹ ਜੀਵ ਇਸਤਰੀ ਜਿਹੜੀ ਹੈ ਪ੍ਰਮਾਤਮਾ ਨੂੰ ਭਾ ਜਾਂਦੀ, ਚੰਗੀ ਲੱਗਦੀ ਹੈ। ਸਤ ਸੰਜਮ ਸਦਾ ਹੈ ਨਿਰਮਲ, ਗੁਰ ਕੇ ਸ਼ਬਦ ਸ਼ਿੰਗਾਰੀ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦਾ ਸ਼ਿੰਗਾਰ ਕੀਤਾ ਹੈ। ਜਿਵੇਂ ਆ ਦੁਨੀਆ ਦੇ ਤੌਰ ਤੇ ਆਪਾਂ ਬਾਜ਼ਾਰੋਂ ਲੈ ਆਉਂਦੇ ਨਾ ਕੋਈ ਸ਼ਿੰਗਾਰ ਕਰਨ ਵਾਲੀਆਂ ਵਸਤੂਆਂ, ਤੇ ਸੁਹਾਗਣਾ ਜਿਹੜੀਆਂ ਸ਼ਿੰਗਾਰ ਕਰਦੀਆਂ, ਬਿੰਦੀ ਲਾ ਲੈਂਦੀਆਂ, ਗਹਿਣਾ ਪਾ ਲੈਂਦੀਆਂ, ਹੋਰ ਤਰ੍ਹਾਂ ਦੇ ਜਿਹੜੇ ਸ਼ਿੰਗਾਰ ਬਣੇ ਉਹ ਕਰ ਲੈਂਦੀਆਂ। ਮਹਾਰਾਜ ਕਹਿਣ ਲੱਗੇ ਜਿਨੇ ਸਾਧਨਾ ਰੂਪੀ ਸ਼ਿੰਗਾਰ ਕੀਤਾ। ਹੁਣ ਦੂਜੇ ਪਾਸੇ ਵੀ ਜਿਹੜੀ ਪਤਨੀ ਰੱਬ ਨੂੰ ਮਿਲਣਾ ਚਾਹੁੰਦੀ ਹੈ, ਸ਼ਿੰਗਾਰ ਤੇ ਉਹਨੂੰ ਵੀ ਕਰਨਾ ਪਵੇਗਾ ਨਾ। ਜਿਵੇਂ ਦੁਲਹਨ ਨੂੰ ਸਜਾਇਆ ਜਾਂਦਾ ਮੇਕਅਪ ਕਰਕੇ, ਕਿਉਂਕਿ ਉਹਦਾ ਪਤੀ ਨਾਲ ਮਿਲਾਪ ਹੋਣਾ ਹੈ। ਇੱਧਰ ਜਿਹਨੇ ਰੱਬ ਦੇ ਨਾਲ ਮਿਲਾਪ ਕਰਨਾ, ਸ਼ਿੰਗਾਰ ਉਹਨੂੰ ਵੀ ਕਰਨਾ ਪਵੇਗਾ। ਪਰ ਇੱਧਰ ਸ਼ਿੰਗਾਰ ਆ ਦੁਨੀਆ ਵਾਲਾ ਨਹੀਂ ਹੈ, ਇੱਧਰ ਸ਼ਿੰਗਾਰ ਹੈ ਸਾਧਨਾ ਦਾ। ਸਾਧਨ ਕੀ ਹੈ? ਅੰਮ੍ਰਿਤ ਵੇਲੇ ਉੱਠਣਾ, ਇਹ ਸਾਧਨਾ ਹੈ। ਜਿਹਨੇ ਇਹ ਸਾਧਨਾ ਸਾਧੀ ਹੈ, ਇਹ ਸ਼ਿੰਗਾਰ ਹੈ ਰੱਬ ਨੂੰ ਮਿਲਣ ਵਾਸਤੇ। ਅੰਮ੍ਰਿਤ ਵੇਲੇ ਦਾ ਉੱਠਣਾ, ਦਾਨ ਕਰਨਾ, ਸੱਚ ਬੋਲਣਾ, ਨਾਮ ਜਪਣਾ, ਭਲਾ ਕਰਨਾ, ਇਹ ਸਾਰੇ ਸ਼ਿੰਗਾਰ ਨੇ। ਜਿਵੇਂ ਸ਼ਿੰਗਾਰ ਵਿੱਚ ਆ ਜਾਂਦਾ ਨਾ ਸੁਰਖੀ ਹੈ, ਬਿੰਦੀ ਹੈ, ਗਹਿਣੇ ਨੇ, ਮਹਿੰਦੀ ਹੈ, ਇਹ ਸਾਰਾ ਕੁਝ ਕਰੀਏ ਫਿਰ ਸ਼ਿੰਗਾਰ ਬਣਦਾ। ਇਸੇ ਤਰ੍ਹਾਂ ਜੇ ਪ੍ਰਮਾਤਮਾ ਨੂੰ ਮਿਲਣਾ ਚਾਹਣਾ ਤੇ ਸ਼ਿੰਗਾਰ ਤੈਨੂੰ ਇੱਧਰ ਵੀ ਕਰਨਾ ਪਵੇਗਾ। ਜਿਹੜਾ ਅੰਮ੍ਰਿਤ ਵੇਲੇ ਦਾ ਉੱਠਣਾ ਹੈ, ਇਹ ਰੱਬ ਨਾਲ ਮਿਲਣ ਦਾ ਸ਼ਿੰਗਾਰ ਹੈ। ਜਿਹੜਾ ਗਿਆਨ ਪ੍ਰਾਪਤ ਕਰਨਾ ਹੈ, ਇਹ ਪ੍ਰਮਾਤਮਾ ਨਾਲ ਮਿਲਣ ਦਾ ਇਸ਼ਨਾਨ ਹੈ। ਜਿਹੜਾ ਕਿਸੇ ਜੀਵ ਦਾ ਭਲਾ ਕਰਨਾ ਹੈ, 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜਿਹੜਾ ਕਿਸੇ ਜੀਵ ਦੇ ਉੱਪਰ ਦਇਆ ਕਰਨੀ ਹੈ, ਇਹ ਵੀ ਸਾਧਨਾ ਦਾ ਸ਼ਿੰਗਾਰ ਹੈ। ਇਹ ਸਾਰੇ ਸ਼ਿੰਗਾਰ ਨੇ। ਤੇ ਜਿਹਨੇ ਇਹ ਸ਼ਿੰਗਾਰ ਕਰ ਲੈ, ਤੇ ਮਹਾਰਾਜ ਕਹਿਣ ਲੱਗੇ ਉਹ ਫਿਰ ਜਿਹੜੇ ਗੁਰਮੁਖ ਨੇ ਉਹ ਸਦਾ ਵਾਸਤੇ ਨਿਰਮਲ ਹੋ ਜਾਂਦੇ, ਉਹਨਾਂ ਦੇ ਮਨ ਪਵਿੱਤਰ ਹੋ ਜਾਂਦੇ, ਜਿਹਨੇ ਇਹ ਸ਼ਿੰਗਾਰ ਕਰ ਲਿਆ ਹੈ। ਤੇ ਪਾਤਸ਼ਾਹ ਬਖਸ਼ਿਸ਼ ਕਰਦੇ, ਫਿਰ ਉਹ ਜਿਹੜੇ ਜੀਵ ਹਨ ਸੱਚ ਸੰਜਮ ਸਦਾ ਹੈ ਨਿਰਮਲ। ਉਹਨਾਂ ਨੇ ਸੱਚਾ ਸੰਜਮ ਕੀਤਾ ਹੈ। ਸੰਜਮ ਹੁੰਦਾ ਗੁਰਮੁਖੋ ਕੰਟਰੋਲ ਕਰਨਾ, ਰੋਕਣਾ। ਜਿਵੇਂ ਮੰਨ ਲਓ ਸਾਡੀਆਂ ਅੱਖਾਂ ਸਾਡੇ ਕਹਿਣੇ ਵਿੱਚ ਨਹੀਂ, ਬਦੋ ਬਦੀ ਸਾਡੇ ਕਹਿਣੇ ਤੋਂ ਬਾਹਰ ਹੋ ਕੇ ਜਿੱਧਰ ਅਸੀਂ ਨਹੀਂ ਵੇਖਣਾ ਉੱਧਰ ਵੀ ਵੇਖ ਲੈਂਦੀਆਂ, ਕਿਉਂਕਿ ਸਾਡੇ ਕਹਿਣੇ ਵਿੱਚ ਨਹੀਂ, ਕਹਿਣੇ ਤੋਂ ਬਾਹਰ ਹੋ ਗਈਆਂ। ਜਿਵੇਂ ਸਾਡੇ ਕੰਨ ਨੇ, ਕੰਨਾਂ ਵਿੱਚ ਅਸੀਂ ਬਚਨ ਨੂੰ ਕੋਈ ਮਾੜਾ ਸੁਣਨਾ ਨਹੀਂ ਚਾਹੁੰਦੇ, ਪਰ ਕੰਨ ਫਿਰ ਵੀ ਲੰਘਦਿਆਂ ਕੋਲੋਂ ਕਿਸੇ ਦੇ ਸੁਣ ਹੀ ਜਾਂਦੇ ਬਚਨ, ਫਿਰ ਵੀ ਸੁਣ ਲੈਂਦੇ। ਭਾਵੇਂ ਕਿ ਆਪਾਂ ਇਹ ਸੋਚਦੇ ਹਾਂ ਫਲਾਣਾ ਬੰਦਾ ਖਲੋਤਾ ਇਹ ਨਿੰਦਿਆ ਕਰਦਾ ਹੋਵੇਗਾ, ਇਹ ਚੁਗਲੀ ਕਰਦਾ ਹੋਵੇਗਾ, ਮੈਂ ਇਹਦੇ ਕੋਲ ਖੜਨਾ ਨਹੀਂ ਹੈ, ਖੜਿਆ ਤੇ ਕੋਲ ਨਹੀਂ, ਪਰ ਜਦੋਂ ਕੋਲ ਦੀ ਲੰਘਿਆ ਨਾ ਤਾਂ ਕੰਨ ਫਿਰ ਵੀ ਉੱਧਰ ਚਲੇ ਹੀ ਗਿਆ ਵੀ ਇਹ ਕੀ ਕਹਿੰਦਾ ਪਿਆ, ਮੇਰੇ ਬਾਰੇ ਕਹਿੰਦਾ ਕਿਸੇ ਹੋਰ ਬਾਰੇ ਕਹਿੰਦਾ। ਇਹ ਸਾਡੇ ਸਰੀਰ ਦੇ ਜਿਹੜੇ ਰੱਬ ਨੇ ਹਥਿਆਰ ਦਿੱਤੇ ਨਾ, ਅੰਗ ਦਿੱਤੇ ਸਾਨੂੰ, ਇਹ ਸਾਡੇ ਅੰਗ ਸਾਡੇ ਕਹਿਣੇ ਵਿੱਚ ਨਹੀਂ ਹਨ। ਅੱਖਾਂ ਬਦੋ ਬਦੀ ਜਿੱਧਰ ਨਹੀਂ ਵੇਖਣਾ ਵੇਖਦੀਆਂ, ਕੰਨ ਬਦੋ ਬਦੀ ਜਿੱਧਰ ਨਹੀਂ ਸੁਣਦਾ ਉੱਧਰ ਵੀ ਸੁਣਦਾ ਹੈ। ਜ਼ੁਬਾਨ ਸਾਡੀ ਜਿਹੜਾ ਬਚਨ ਨਹੀਂ ਬੋਲਣਾ, ਫਿਰ ਵੀ ਕਦੇ ਗੁੱਸੇ 'ਚ ਆ ਕੇ, ਕਦੇ ਈਰਖਾ 'ਚ ਆ ਕੇ ਜ਼ੁਬਾਨ ਦੇ ਵਿੱਚੋਂ ਬੋਲ ਕਬੋਲ ਨਿਕਲ ਜਾਂਦਾ ਹੈ, ਕਿਉਂਕਿ ਸਾਡਾ ਸੰਜਮ ਨਹੀਂ ਹੈ, ਕੰਟਰੋਲ ਨਹੀਂ ਹੈ। ਮਹਾਰਾਜ ਕਹਿਣ ਲੱਗੇ ਬਚਨ ਇਹ ਹੈ, ਜਿਨ੍ਹਾਂ ਨੇ ਸੱਚਾ ਸੰਜਮ ਕੀਤਾ ਹੈ ਆਪਣੀਆਂ ਇੰਦਰੀਆਂ ਦੇ ਉੱਪਰ, ਮਾੜੇ ਪਾਸੇ ਜਾਣ ਹੀ ਨਹੀਂ ਦਿੰਦੇ। ਜਿੱਤ ਲਾਏ ਤਿੱਤ ਲੱਗਦੀਆਂ, ਜਿੱਧਰ ਲਾ ਦਿੱਤਾ ਨਾ, ਜੇ ਅੱਖਾਂ ਨੂੰ ਆਖਿਆ ਨਾ ਵੀ ਐ ਮੇਰੀ ਉਹ ਅੱਖੋ ਤੁਸੀਂ ਗੁਰੂ ਨੂੰ ਤੱਕਣਾ ਹੈ, ਉਹਨਾਂ ਗੁਰਮੁਖਾਂ ਦੇ ਨੇਤਰ ਹੋਰ ਪਾਸੇ ਜਾਂਦੇ ਹੀ ਨਹੀਂ। ਕੰਨਾਂ ਨੂੰ ਆਖਿਆ ਵੀ ਇਹ ਜਿਹੜੇ ਕੰਨ ਨੇ ਮੇਰੇ, ਇਹ ਗੁਰੂ ਦਾ ਸ਼ਬਦ ਸੁਣਨਗੇ, ਉਹ ਦੂਜੇ ਦੀ ਗੱਲ ਸੁਣਦੇ ਹੀ ਨਹੀਂ। ਇਹ ਮਹਾਤਮਾ ਨੇ ਇਹਨਾਂ ਨੂੰ ਵਸ ਕਰ ਲਿਆ ਹੈ। ਜਿਨ੍ਹਾਂ ਨੇ ਐਸਾ ਸੱਚਾ ਸੰਜਮ ਕੀਤਾ ਹੈ, ਉਹ ਗੁਰਮੁਖਾਂ ਦੇ ਮਨ ਜਿਹੜੇ ਨੇ ਉਹ ਨਿਰਮਲ ਹੋ ਜਾਂਦੇ, ਪਵਿੱਤਰ ਹੋ ਜਾਂਦੇ ਹਨ। ਗੁਰਕੇ ਸ਼ਬਦ ਸ਼ਿੰਗਾਰੀ, ਮੇਰਾ ਪ੍ਰਭ ਸਾਚਾ ਸਦ ਹੀ ਸਾਚਾ,
ਜਿਨ ਆਪੇ ਆਪ ਪਾਇਆ। ਜਿਸ ਪਰਮਾਤਮਾ ਨੇ ਆਪਣੇ ਆਪ ਤੋਂ ਦੁਨੀਆ ਪੈਦਾ ਕੀਤੀ ਹੈ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ, ਨਾਉ ਦੁਈ ਕੁਦਰਤ ਸਾਜੀਐ ਕਰ ਆਸਨ। ਦਾਤਾ ਕਰਤਾ ਆਪ ਤੂੰ, ਉਹ ਸਭ ਕੁਝ ਆਪ ਕਰਨ ਵਾਲਾ ਹੈ। ਜਿਨ ਆਪੇ ਆਪ ਉਪਾਇਆ, ਜਿਨੇ ਆਪਣੇ ਆਪ ਤੋਂ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ। ਮੇਰਾ ਪ੍ਰਭ ਸਾਚਾ, ਉਹ ਪਰਮਾਤਮਾ ਸਦਾ ਸੱਚ ਹੈ। ਮਹਾਰਾਜ ਕਹਿਣ ਲੱਗੇ ਸਦ ਹੀ ਸਾਚਾ, ਇਹ ਨਹੀਂ ਵੀ ਹੁਣ ਸੱਚਾ ਤੇ ਕੱਲ ਨੂੰ ਝੂਠਾ ਹੋਵੇਗਾ, ਜਾਂ ਹੁਣ ਸੱਚਾ ਹੈ ਤੇ ਕੱਲ ਜਿਹੜਾ ਲੰਘ ਗਿਆ ਉਸ ਦਿਨ ਪਰਮਾਤਮਾ ਝੂਠਾ ਸੀ। ਨਹੀਂ, ਉਹ ਸਦਾ ਹੀ ਸੱਚਾ ਹੈ। ਭਾਵੇਂ ਆਉਣ ਵਾਲਾ ਸਮਾਂ, ਭਾਵੇਂ ਬਤੀਤ ਹੋ ਗਿਆ ਸਮਾਂ ਹੈ, ਉਹ ਪਰਮਾਤਮਾ ਸਦਾ ਹੀ ਸੱਚ ਸਰੂਪ ਹੈ। ਨਾਨਕ ਸਦਾ ਫਿਰ ਰਾਵੇ ਆਪਣਾ, ਜਿਨ ਗੁਰ ਚਰਣੀ ਚਿਤ ਲਾਇਆ। ਜਿਨ੍ਹਾਂ ਨੇ ਗੁਰੂ ਚਰਨਾਂ ਦੇ ਨਾਲ ਚਿੱਤ ਜੋੜ ਲਿਆ ਹੈ, ਮਨ ਜੋੜ ਲਿਆ ਹੈ, ਉਹ ਜਿਹੜੀਆਂ ਜੀਵ ਇਸਤਰੀਆਂ ਨੇ, ਨਾਨਕ ਸਦਾ ਫਿਰ ਰਾਵੇ ਆਪਣਾ, ਉਹ ਆਪਣੇ ਪਤੀ ਪਰਮਾਤਮਾ ਨੂੰ ਸਦਾ ਵਾਸਤੇ ਮਾਣਦੀਆਂ ਨੇ, ਸਦਾ ਹੀ ਉਹਦੇ ਨਾਮ ਨੂੰ ਉਚਾਰਦੀਆਂ ਨੇ, ਸਦਾ ਉਹਦੀ ਪ੍ਰਾਪਤੀ ਕਰ ਲੈਂਦੀਆਂ ਹਨ। ਫਿਰ ਪਾਇੜਾ ਬਾਲੜੀਏ, ਅੰਦਨ ਸਹਜੇ ਮਾਤੀ ਰਾਮ। ਸਤਿਗੁਰੂ ਕਹਿਣ ਲੱਗੇ ਬਾਲੜੀਏ, ਐ ਜਗਿਆਸੂ ਰੂਪ ਇਸਤਰੀਏ, ਫਿਰ ਪਾਇੜਾ, ਜੇ ਤੂੰ ਪਰਮਾਤਮਾ ਨੂੰ ਪਾਉਣਾ ਚਾਹੁੰਦਾ ਹੈ, ਅਨਦਿਨ ਸਬਦੇ ਮਾਤੀ ਰਾਮ, ਅਨਦਿਨ ਸਹਿਜੇ ਮਾਤੀ ਰਾਮ। ਜਿਨ੍ਹਾਂ ਨੇ ਦਿਨੇ ਰਾਤ ਸਹਿਜੇ ਕਹੀਏ ਗਿਆਨ ਦੀ ਪ੍ਰਾਪਤੀ ਕੀਤੀ ਹੈ, ਜਿਹੜੇ ਗਿਆਨ ਨੂੰ ਪ੍ਰਾਪਤ ਹੋਏ ਨੇ, ਉਸ ਜੀਵ ਇਸਤਰੀ ਨੇ ਪਰਮਾਤਮਾ ਨੂੰ ਪਾਇੜਾ ਕਹੀਏ ਪਾ ਲਿਆ ਹੈ। ਕਿਹਨੇ ਪਾਇਆ ਹੈ? ਜਿਹਨੇ ਗਿਆਨ ਲਿਆ। ਗਿਆਨ ਕਿਹਨੇ ਦਿੱਤਾ ਹੈ? ਗਿਆਨ ਅੰਜਨ ਗੁਰ ਦੀਆ। ਆਪਾਂ ਗੁਰੂ ਕੋਲ ਗਿਆਨ ਲੈਣ ਆ ਗਏ ਹਾਂ। ਜਦੋਂ ਗੁਰੂ ਗਿਆਨ ਦੇਵੇਗਾ ਫਿਰ ਪਾਇੜਾ, ਫਿਰ ਪਰਮਾਤਮਾ ਮਿਲੇਗਾ। ਜਿੰਨਾ ਚਿਰ ਗੁਰੂ ਦਾ ਗਿਆਨ ਨਹੀਂ ਲੈਂਦਾ ਰੱਬ ਨਹੀਂ ਮਿਲੇਗਾ। ਸਤਿਗੁਰੂ ਕਹਿਣ ਲੱਗੇ ਜਿਨ੍ਹਾਂ ਨੇ ਗਿਆਨ ਲੈ ਲਿਆ, ਉਹ ਜਿਹੜੇ ਗੁਰਮੁਖ ਨੇ, ਸਹਿਜੇ ਮਾਤੀ ਰਾਮ, ਸਹਿਜੇ ਹੀ ਪਰਮਾਤਮਾ ਦੇ ਵਿੱਚ ਮਾਤੀ ਕਹੀਏ ਮਸਤ ਹੋ ਜਾਂਦੇ, ਪ੍ਰਾਪਤ ਹੋ ਜਾਂਦੇ ਹਨ। ਗੁਰਮਤੀ ਮਨ ਆਨੰਦ ਭਇਆ। ਜਿਨ੍ਹਾਂ ਨੇ ਗੁਰੂ ਦੀ ਮੱਤ ਲਈ ਹੈ, ਉਹਨਾਂ ਦੇ ਮਨ ਨੂੰ ਹਮੇਸ਼ਾ ਆਨੰਦ ਹੀ ਰਹਿੰਦਾ ਹੈ। ਗੁਰੂ ਦੀ ਮੱਤ ਲੈਣ ਵਾਲੇ ਕਦੇ ਦੁਖੀ ਨਹੀਂ ਹੁੰਦੇ, ਸਦਾ ਆਨੰਦ ਵਿੱਚ ਰਹਿੰਦੇ ਹਨ। ਤਿਤ ਤਨ ਮੈਲ ਨ ਰਾਤੀ ਰਾਮ। ਉਹਨਾਂ ਦੇ ਤਨ ਕਹੀਏ ਸਰੀਰ ਨੂੰ ਰੱਤੀ ਮਾਤਰ ਵੀ ਪਾਪਾਂ ਦੀ ਮੈਲ ਨਹੀਂ ਲੱਗਦੀ ਹੈ। ਸਾਡੇ ਬਾਬਤ ਵੀ ਮਹਾਰਾਜ ਨੇ ਲਿਖਿਆ, ਕਹਿਣ ਲੱਗੇ ਭਰੀਐ ਮਤ ਪਾਪਾਂ ਕੈ ਸੰਗ। ਸਾਡਾ ਸਰੀਰ, ਸਾਡਾ ਮਨ ਪਾਪ ਦੇ ਨਾਲ ਹੀ ਭਰਿਆ ਹੈ। ਕੁਝ ਅਸੀਂ ਤਨ ਕਰਕੇ ਕਰ ਲੈ, ਕੁਝ ਮਨ ਕਰਕੇ ਕਰ ਲੈ। ਪਰ ਜਿਨ੍ਹਾਂ ਦੇ ਉੱਪਰ ਗੁਰੂ ਨੇ ਕਿਰਪਾ ਕੀਤੀ ਹੈ, ਤਿਤ ਤਨ ਮੈਲ ਨਾ ਰਾਤੀ ਰਾਮ, ਉਹਨਾਂ ਨੂੰ ਰੱਤੀ ਜਿੰਨੀ ਵੀ ਪਾਪਾਂ ਦੀ ਮੈਲ ਨਹੀਂ ਲੱਗਦੀ। ਰੱਤੀ ਜਿੰਨਾ ਵੀ ਉਹ ਪਾਪ ਨਹੀਂ ਕਰਦੇ, ਪਾਪ ਤੋਂ ਮੁਕਤ ਹੋ ਜਾਂਦੇ। ਐਸੇ ਗੁਰਮੁਖ ਜਿਹੜੇ ਨੇ ਪ੍ਰਮਾਤਮਾ ਦੇ ਵਿੱਚ ਮਿਲਦੇ ਹਨ। ਤੇ ਤਨ ਮੈਲ ਨਾ ਰਾਤੀ, ਹਰ ਪ੍ਰਭ ਰਾਤੀ, ਮੇਰਾ ਪ੍ਰਭ ਮੇਲ ਮਿਲਾਏ। ਮਹਾਰਾਜ ਬਖਸ਼ਿਸ਼ ਕਰਦੇ ਜਿਨ੍ਹਾਂ ਦੇ ਸਰੀਰ ਨੂੰ ਪਾਪਾਂ ਦੀ ਮੈਲ ਥੋੜੀ ਜਿੰਨੀ ਵੀ ਨਹੀਂ ਲੱਗਦੀ ਹੈ, ਉਹ ਪਰਮਾਤਮਾ ਦੇ ਵਿੱਚ ਰਾਤੀ ਕਹੀਏ ਰੰਗੀ ਗਈ। ਜਿਹੜੀ ਜੀਵ ਇਸਤਰੀ ਪਰਮਾਤਮਾ ਵਿੱਚ ਰੰਗੀ ਜਾਂਦੀ ਹੈ, ਆਪੇ ਮੇਲ ਮਿਲਾਏ। ਸਤਿਗੁਰੂ ਉਹਨੂੰ ਆਪਣੇ ਮੇਲ ਦੇ ਵਿੱਚ, ਪਰਮਾਤਮਾ ਆਪਣੇ ਮੇਲ ਦੇ ਵਿੱਚ ਆ ਮਿਲਾ ਲੈਂਦੇ ਹਨ। ਅੰਦਨ ਰਾਵੇ ਹਰ ਪ੍ਰਭ ਆਪਣਾ, ਵਿੱਚੋਂ ਆਪ ਗਵਾਏ। ਜਿਨ੍ਹਾਂ ਨੇ ਆਪਣੇ ਮਨ ਵਿੱਚੋਂ ਹੰਕਾਰ ਗਵਾਇਆ ਹੈ। ਕਈ ਵਾਰੀ ਅਸੀਂ ਸਰੀਰ ਕਰਕੇ ਨਿਮਰਤਾ ਵਿਖਾ ਦਿੰਦੇ ਹਾਂ ਕਿ ਮੈਂ ਤੇ ਬੜੀ ਨਿਮਰਤਾ ਰੱਖਦਾ, ਮੈਂ ਤੇ ਪੁੱਛ ਕੇ ਕਰਦਾ, ਮੈਂ ਤੇ ਝਾੜੂ ਫੇਰਦਾ, ਮੈਂ ਤੇ ਜੋੜੇ ਝਾੜਦਾ। ਵੇਖਣ ਵਾਲਾ ਆਖੇ ਵੀ ਇਹ ਬੰਦਾ ਹੈ ਬੜਾ ਸਰਦਾਰ, ਹੈ ਤੇ ਬੜਾ ਵੱਡਾ, ਪਰ ਵੇਖੋ ਕਿੰਨੀ ਨਿਮਰਤਾ, ਜੋੜੇ ਸਾਫ਼ ਕਰਦਾ ਪਿਆ। ਕਈ ਵਾਰੀ ਅਸੀਂ ਸਰੀਰ ਕਰਕੇ ਨਿਮਰਤਾ ਵਿਖਾ ਦਿੰਦੇ ਹਾਂ, ਪਰ ਮਨ ਨਹੀਂ ਸਾਡਾ ਨਿਮਰਤਾ ਵਿੱਚ ਆਉਂਦਾ। ਮਨ ਵਿੱਚ ਇਹ ਹੁੰਦਾ ਹੈ ਕਿ ਦੁਨੀਆ ਮੈਨੂੰ ਆਖੇ ਵੀ ਵਾਹ ਵਾਹ ਇਹ ਬੜਾ ਭਲਾ ਹੈ, ਵੇਖੋ ਇੰਨਾ ਧਨ ਪਦਾਰਥ, ਇੰਨਾ ਜਾਇਦਾਦ, ਇੰਨਾ ਕੁਝ ਕੋਲ ਹੈ, ਇਹ ਬੰਦਾ ਫਿਰ ਵੀ ਜੋੜੇ ਝਾੜਦਾ ਹੈ। ਲੋਕ ਮੇਰੀ ਉਸਤਤ ਕਰਨ, ਮੇਰੀ ਵਡਿਆਈ ਕਰਨ। ਸਰੀਰ ਕਰਕੇ ਤੇ ਨਿਮਰਤਾ ਵਿਖਾਤੀ ਹੈ ਵੀ ਜੋੜੇ ਝਾੜਦਾ ਪਿਆ, ਪਰ ਮਨ ਕਰਕੇ ਨਹੀਂ। ਮਨ ਅੰਦਰੋਂ ਆਵਾਜ਼ ਦਿੰਦਾ ਪਿਆ ਵੀ ਦੁਨੀਆ ਤੇਰੀ ਵਡਿਆਈ ਕਰੇ, ਵੀ ਤੂੰ ਬਹੁਤ ਜ਼ਿਆਦਾ ਸੇਵਾ ਕਰਦਾ ਹੈ, ਇੰਨਾ ਕੁਝ ਹੋਣ ਦੇ ਬਾਵਜੂਦ ਵੀ ਤੂੰ ਐਸੀ ਸੇਵਾ ਕਰਦਾ ਪਿਆ। ਮਨ ਦੇ ਵਿੱਚੋਂ ਹੰਕਾਰ ਗਵਾਉਣਾ ਬੜਾ ਔਖਾ ਹੈ।
ਮਨ ਵਿੱਚੋਂ ਕੁਝ ਨਾ ਕੁਝ ਚਾਹੀਦਾ ਹੀ ਹੁੰਦਾ ਹੈ। ਸੰਤ ਮਸਕੀਨ ਜੀਆਂ ਨੇ ਇੱਕ ਸਾਖੀ ਸੁਣਾਈ ਨਾ, ਘਟਨਾ ਸੁਣਾਈ। ਕਹਿਣ ਲੱਗੇ ਬੰਗਲਾ ਸਾਹਿਬ ਕਥਾ ਕਰਨ ਵਾਸਤੇ ਗਏ। ਉੱਥੇ ਕੋਈ ਵਿਅਕਤੀ ਰੋਜ਼ ਦਰਬਾਰ ਦੀ ਧੂਣ ਦੀ ਸੇਵਾ ਕਰਦਾ, ਰੋਜ਼ ਆਉਂਦਾ, ਰੋਜ਼ ਸੇਵਾ ਕਰਦਾ। ਤੇ ਜਦੋਂ ਕਿਤੇ ਸੰਤ ਮਸਕੀਨ ਜੀ ਤੁਰੇ ਜਾਣ ਕਥਾ ਕਰਨ ਵਾਸਤੇ, ਉਹਨੇ ਬੜੇ ਨਿਉ ਕੇ, ਬੜੀ ਨਿਮਰਤਾ ਵਿਖਾ ਕੇ, ਬੜੇ ਮਿੱਠੇ ਬਚਨ ਬੋਲ ਕੇ ਨਮਸਕਾਰ ਕੀਤੀ। ਤੇ ਨਾਲਦਿਆਂ ਨੇ ਦੱਸਿਆ, ਕਹਿਣ ਲੱਗੇ ਜੀ ਇਹ ਸਿੰਘ ਬੜਾ ਵੱਡਾ ਸੇਵਾਦਾਰ ਹੈ, ਵੇਖੋ ਬੜੀ ਸੇਵਾ ਕਰਦਾ, ਇਹ ਪੂਰੇ ਨੇਮ ਦੇ ਨਾਲ ਆਉਂਦਾ ਹੈ, ਸਾਰੀ ਸੇਵਾ ਕਰਦਾ, ਬੜੀ ਨਿਮਰਤਾ, ਬੜਾ ਚੰਗਾ ਹੈ। ਜਦੋਂ ਤਾਰੀਫ ਕੀਤੀ ਤੇ ਉਹ ਆਪਣੇ ਆਪ ਹੀ ਕਹਿਣ ਲੱਗ ਪਿਆ, ਕਹਿਣ ਲੱਗਾ ਜੀ ਨਹੀਂ ਮੈਂ ਤੇ ਕੁਝ ਵੀ ਨਹੀਂ, ਮੈਂ ਤੇ ਕੁਝ ਵੀ ਨਹੀਂ, ਇਹ ਤੇ ਬਸ ਐਵੇਂ ਕਹੀ ਜਾਂਦੇ, ਮੈਂ ਨਹੀਂ ਹਾਂ ਕੁਝ ਵੀ। ਜਦੋਂ ਇਹ ਗੱਲ ਕਹੀ ਨਾ ਵੀ ਮੈਂ ਨਹੀਂ ਕੁਝ ਵੀ, ਉਹ ਚਾਹੁੰਦਾ ਤੇ ਇਹ ਪਿਆ ਵੀ ਜਿਵੇਂ ਮੈਂ ਕਹਾਂਗਾ ਨਾ ਵੀ ਮੈਂ ਨਹੀਂ ਕੁਝ ਵੀ, ਉਵੇਂ ਸਗੋਂ ਮੇਰੀ ਹੋਰ ਤਾਰੀਫ ਕਰਨਗੇ, ਮੈਨੂੰ ਹੋਰ ਵਡਿਆਈ ਮਿਲੇਗੀ, ਹੋਰ ਮਾਣ ਮਿਲੇਗਾ। ਜਦੋਂ ਵਾਰ-ਵਾਰ ਕਿਹਾ ਵੀ ਮੈਂ ਕੁਝ ਨਹੀਂ ਹਾਂ, ਮੈਂ ਤੇ ਕੁਝ ਵੀ ਨਹੀਂ, ਇਹ ਤੇ ਵੈਸੇ ਹੀ ਕਹੀ ਜਾਂਦੇ, ਮੈਂ ਕੌਣ ਹੁੰਦਾ ਸੇਵਾ ਕਰਨ ਵਾਲਾ। ਤੋ ਸੰਤ ਮਸਕੀਨ ਜੀ ਕਹਿਣ ਲੱਗੇ ਅਸੀਂ ਵੀ ਅੱਗੋਂ ਕਹਿ ਦਿੱਤਾ, ਵਾਕਿਆ ਜੇ ਤੂੰ ਕੁਝ ਵੀ ਨਹੀਂ ਹੈ, ਵਾਕਿਆ ਤੂੰ ਕੁਝ ਨਹੀਂ ਹੈਗਾ, ਖਾਲੀ ਹੈ ਤੂੰ। ਇੰਨੀ ਗੱਲ ਕਹਿ ਕੇ ਕਹਿੰਦੇ ਅੱਗੇ ਚਲੇ ਗਏ। ਅੱਗੇ ਉਹ ਦੂਰੋਂ ਆਉਂਦਿਆਂ ਵੇਖ ਕੇ ਰਾਹ ਵਿੱਚ ਹੱਥ ਜੋੜ ਕੇ ਖੜ ਜਾਂਦਾ ਸੀ ਨਮਸਕਾਰ ਕਰਨ ਵਾਸਤੇ, ਫਤਿਹ ਬੁਲਾਉਣ ਵਾਸਤੇ। ਜਿਸ ਦਿਨ ਇਹ ਬਚਨ ਹੋ ਗਿਆ ਨਾ ਵੀ ਵਾਕਿਆ ਹੀ ਤੂੰ ਕੁਝ ਨਹੀਂ ਹੈ, ਉਹਦੇ ਮਨ ਦੇ ਵਿੱਚ ਇੰਨੀ ਨਫ਼ਰਤ ਪੈਦਾ ਹੋਈ, ਹੰਕਾਰ ਪੈਦਾ, ਈਰਖਾ ਪੈਦਾ ਹੋ ਗਈ, ਉਹ ਬੁਲਾਉਣਾ ਹੀ ਛੱਡ ਗਿਆ, ਪਰੇ ਨੂੰ ਮੂੰਹ ਕਰਕੇ ਖੜ ਜਾਇਆ ਕਰੇ। ਕਈ ਵਾਰੀ ਅਸੀਂ ਵਿਖਾਉਂਦੇ ਹਾਂ ਵੀ ਮੈਂ ਸੇਵਾ ਕਰਦਾ ਹਾਂ, ਮੈਂ ਬੜਾ ਨੀਵਾਂ ਹਾਂ, ਦੁਨੀਆ ਮੈਨੂੰ ਕਵੇ ਵੀ ਇਹ ਬਹੁਤ ਵੱਡਾ ਹੈ, ਬੜਾ ਚੰਗਾ ਹੈ, ਮੈਂ ਉੱਪਰੋਂ ਝੂਠਾ ਝੂਠਾ ਇਹ ਗੱਲ ਕਹਿੰਦਾ ਰਵਾਂ ਵੀ ਨਹੀਂ ਨਹੀਂ ਮੈਂ ਕੁਝ ਵੀ ਨਹੀਂ ਹਾਂ, ਪਰ ਅੰਦਰੋਂ ਮਨ ਕਹਿੰਦਾ ਵੀ ਹੋਰ ਤਾਰੀਫ ਕਰ। ਤੇ ਜਦੋਂ ਅਗਲੇ ਨੇ ਸੱਚਾ ਬਚਨ ਕਹਿ ਦਿੱਤਾ ਨਾ ਵੀ ਨਹੀਂ ਇਹ ਕੇਵਲ ਤੇਰਾ ਵੀ ਵਿਖਾਵਾ ਹੀ ਹੈ, ਅੰਦਰ ਤੂੰ ਕੁਝ ਵੀ ਨਹੀਂ ਹੈ, ਫਿਰ ਮਨ ਵਿੱਚ ਹੰਕਾਰ ਦੇ ਸੱਟ ਵੱਜੀ ਵੀ ਇਹਨੇ ਮੈਨੂੰ ਹੰਕਾਰ ਦਾ ਭੋਜਨ ਕਿਉਂ ਨਹੀਂ ਪਾਇਆ, ਮੈਨੂੰ ਬੁਰਕੀ ਕਿਉਂ ਨਹੀਂ ਸੱਟੀ ਮਾਣ ਦੀ, ਮੇਰੀ ਉਪਮਾ ਦਾ ਭੋਜਨ ਕਿਉਂ ਨਹੀਂ ਮੈਨੂੰ ਦਿੱਤਾ, ਨਹੀਂ ਦਿੱਤਾ ਤੇ ਇਹ ਮੇਰਾ ਵਿਰੋਧੀ ਹੈ, ਮੈਂ ਇਹਨੂੰ ਬੁਲਾਉਣਾ ਹੀ ਨਹੀਂ। ਨਫ਼ਰਤ ਪੈਦਾ ਹੋ ਗਈ, ਈਰਖਾ ਪੈਦਾ ਹੋ ਗਈ। ਇਹਨਾਂ ਨੇ ਆਪਣੀ ਜੀਵਨ ਦੀ ਘਟਨਾ ਸੁਣਾਈ ਹੈ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਕਹਿੰਦੇ ਭਾਈ ਵਿੱਚੋਂ ਆਪ ਗਵਾਏ, ਮਨ ਦੇ ਵਿੱਚੋਂ ਹੰਕਾਰ ਗਵਾਉਣਾ ਬੜਾ ਔਖਾ ਹੈ। ਤਨ ਕਰਕੇ ਅਸੀਂ ਕਈ ਵਾਰੀ ਵਿਖਾ ਦਿੰਦੇ ਹਾਂ ਵੀ ਮੈਂ ਸੇਵਾ ਕਰਦਾ, ਮੈਂ ਨਿਮਰਤਾ ਹੈ ਮੇਰੇ ਵਿੱਚ, ਮੇਰਾ ਬੋਲਣਾ ਮਿੱਠਾ ਹੈ, ਮੈਂ ਹਰੇਕ ਦੀ ਗੱਲ ਮੰਨਦਾ ਹਾਂ, ਪਰ ਮਨ ਵਿੱਚ ਹੁੰਦਾ ਵੀ ਜੋ ਕੁਝ ਹਾਂ ਉਹ ਮੈਂ ਹੀ ਹਾਂ। ਹੰਕਾਰ ਮਨ ਦਾ ਗਵਾਉਣਾ ਹੈ, ਮਨ ਦਾ ਹੰਕਾਰ ਗਵਾਉਣਾ ਬੜਾ ਔਖਾ ਹੈ। ਹੁਣ ਗੁਰਮੁਖੋ ਉਹ ਕਿੰਨੇ ਸਾਲਾਂ ਤੋਂ ਧੋਂਦਾ ਹੋਵੇਗਾ ਦਰਬਾਰ ਦੀ ਸੇਵਾ, ਨੇਮ ਨਾਲ ਆਉਂਦਾ, ਕਿੰਨੀ ਮੁਸ਼ੱਕਤ ਕਰਦਾ, ਕਿੰਨੇ ਸਾਲਾਂ ਤੋਂ ਲੱਗਾ ਹੋਇਆ, ਕੰਨਾਂ ਵਿੱਚ ਬਚਨ ਵੀ ਰੋਜ਼ ਸੁਣਦਾ ਹੋਵੇਗਾ, ਪਰ ਇੰਨੀ ਮੁਸ਼ੱਕਤ ਕਰਨ ਤੋਂ ਮਗਰੋਂ ਵੀ ਮਨ ਦਾ ਹੰਕਾਰ ਫਿਰ ਵੀ ਕਿਤੇ ਨਾ ਕਿਤੇ ਬੈਠਾ ਹੋਇਆ। ਹੰਕਾਰ ਐਵੇਂ ਨਹੀਂ ਜਾਂਦਾ। ਸਤਿਗੁਰੂ ਕਹਿਣ ਲੱਗੇ ਬਚਨ ਇਹ ਆ ਵਿੱਚੋਂ ਆਪ ਗਵਾਏ, ਜਿਨ੍ਹਾਂ ਨੇ ਮਨ ਦਾ ਹੰਕਾਰ ਗਵਾਇਆ ਹੈ, ਅਣ ਦਿਨ ਰਾਵੇ ਹਰ ਪ੍ਰਭ ਆਪਣਾ, ਉਹ ਪਰਮਾਤਮਾ ਨੂੰ ਦਿਨੇ ਰਾਤ ਜਪਦੇ ਨੇ, ਉਹ ਉਹਨੂੰ ਪਾਉਂਦੇ ਨੇ, ਉਹ ਉਹਨੂੰ ਮਾਣਦੇ ਨੇ। ਜਿਹਨੇ ਵਿੱਚੋਂ ਆਪਣੇ ਮਨ ਦੇ ਹੰਕਾਰ ਗਵਾਇਆ ਉਹ ਪਰਮਾਤਮਾ ਦੀ ਪ੍ਰਾਪਤੀ ਵਾਲੇ ਬਣਦੇ ਹਨ। ਗੁਰਮਤਿ ਪਾਇਆ ਸਹਿਜ ਮਿਲਾਇਆ, ਆਪਣੇ ਪ੍ਰੀਤਮ ਰਾਤੀ। ਭਾਈ ਗੁਰਮੁਖੋ ਰੱਬ ਨੂੰ ਪਾਇਆ ਗੁਰਮਤੀਆਂ ਨੇ ਹੈ, ਮਨਮਤੀਆਂ ਨੇ ਨਹੀਂ ਪਾਇਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਸ਼ਬਦ ਮਿਲਣਗੇ, ਰੱਬ ਨੂੰ ਜਿਹਨੇ ਪਾਇਆ ਗੁਰਮਤੀਏ ਨੇ ਪਾਇਆ ਹੈ, ਜਿਹਨੇ ਗੁਰੂ ਦੀ ਮੱਤ ਲਈ। ਤਾਂ ਹੀ ਆਖਿਆ ਗੁਰ ਕੀ ਮੱਤ ਤੂੰ ਲੇਹ ਇਆਨ, ਗੁਰੂ ਦੀ ਅਕਲ ਲਵੇਂਗਾ ਤਾਂ ਪਾ ਲਵੇਂਗਾ। ਗੁਰਮਤ ਪਾਇਆ, ਜਿਨ੍ਹਾਂ ਨੇ ਗੁਰਮਤ ਪਾਈ ਹੈ ਉਹਨਾਂ ਨੇ ਗੁਰੂ ਦੀ ਮੱਤ ਲੈ ਕੇ ਸਹਿਜ ਮਿਲਾਇਆ, ਸਹਿਜੇ ਹੀ ਪ੍ਰਮਾਤਮਾ ਦੇ ਨਾਲ ਮਿਲਾਪ ਪਾ ਲਿਆ, ਉਹ ਆਪਣੇ ਪ੍ਰੀਤਮ ਦੇ ਰੰਗ ਦੇ ਵਿੱਚ ਰੰਗੇ ਗਏ ਹਨ। ਨਾਨਕ ਨਾਮ ਮਿਲਾ ਵਡਿਆਈ, ਪ੍ਰਭ ਰਾਵੇ ਰੰਗ ਰਾਤੀ। ਗੁਰਮੁਖੋ ਨਾਮ ਜਪਿਆਂ ਵਡਿਆਈ ਮਿਲਦੀ ਹੈ, ਐਸ ਲੋਕ ਦੀ ਵਡਿਆਈ ਤੇ ਪਰਲੋਕ ਦੀ ਵਡਿਆਈ, ਮਾਣ। ਨਾਨਕ ਨਾਮ ਮਿਲੈ ਵਡਿਆਈ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਇਹ ਨਾਮ ਦੀ ਵਡਿਆਈ ਹੈ, ਜਿਨ੍ਹਾਂ ਨੂੰ ਨਾਮ ਪ੍ਰਾਪਤ ਹੋਇਆ ਉਹਨਾਂ ਨੂੰ ਇਹ ਵਡਿਆਈ ਮਿਲੀ ਹੈ। ਪ੍ਰਭ ਰਾਵੈ ਰੰਗ ਰਾਤੀ,
ਇਹ ਜੀਵ ਰੂਪ ਇਸਤਰੀ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਰੰਗੀ ਹੋਈ ਉਹਦੇ ਨਾਮ ਦਾ ਉਚਾਰਨ ਕਰਦੀ ਹੈ। ਰਾਵੇ ਰੰਗ ਰਾਤੜੀ ਇਹ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਰੰਗੀ ਹੋਈ ਜੀਵ ਰੂਪ ਇਸਤਰੀ ਹੈ, ਉਹਦੇ ਨਾਮ ਨੂੰ ਜਪਨਾ ਕਰ। ਦਾ ਮਹਿਲ ਤਿਨ ਪਾਇਆ ਉਹਨਾਂ ਨੇ ਪਰਮਾਤਮਾ ਦੇ ਸਰੂਪ ਦੀ ਪ੍ਰਾਪਤੀ ਕੀਤੀ ਹੈ, ਜਿਨ੍ਹਾਂ ਨੇ ਉਹਦੇ ਨਾਮ ਨੂੰ ਉਚਾਰਿਆ ਹੈ। ਸੋ ਸਹੋ ਅਤ ਨਿਰਮਲ ਦਾਤਾ। ਉਹ ਪਰਮਾਤਮਾ ਭਾਈ ਨਿਰਮਲ ਹੈ, ਉਹਦੇ ਵਿੱਚ ਮੈਲ ਕੋਈ ਨਹੀਂ ਤੇ ਸਦਾ ਹੀ ਦਾਤਾਂ ਦਿੰਦਾ ਹੈ। ਉਹ ਅੱਜ ਵੀ ਤੈਨੂੰ ਰੋਜੀ ਰੋਟੀ ਦੇ ਰਿਹਾ, ਕੱਲ ਵੀ ਦੇਵੇਗਾ। ਜਿੰਨਾ ਤੇਰੀ ਉਮਰਾਂ ਹੈ ਉਹ ਤੈਨੂੰ ਦਿੰਦਾ ਹੀ ਰਵੇਗਾ। ਦਿੰਦਾ ਦੇ ਲੈਂਦੇ ਥੱਕ ਪਾਏ। ਇੱਕ ਦਿਨ ਤੂੰ ਥੱਕ ਜਾਏਗਾ, ਸਦਾ ਦੀ ਨੀਂਦ ਸੌਂ ਜਾਏਗਾ, ਤੂੰ ਦੁਨੀਆ ਤੋਂ ਕੂਚ ਕਰ ਜਾਏਗਾ ਥੱਕ ਕੇ ਟੁੱਟ ਕੇ, ਪਰ ਦੇਣ ਵਾਲਾ ਨਹੀਂ ਕਦੇ ਮੁੱਕਦਾ ਹੈ। ਸਤਿਗੁਰੂ ਕਹਿਣ ਲੱਗੇ ਉਹ ਪਰਮਾਤਮਾ ਸਦਾ ਵਾਸਤੇ ਨਿਰਮਲ ਹੈ ਅਤੇ ਸਦਾ ਹੀ ਉਹ ਦਾਤਾਂ ਦੇਣ ਵਾਲਾ ਹੈ। ਵਿੱਚੋਂ ਆਪ ਗਵਾਇਆ ਰਾਮ। ਪਰ ਗੁਰਮੁਖੋ ਪ੍ਰਾਪਤੀ ਉਹਨਾਂ ਨੂੰ ਹੋਈ ਹੈ। ਬਚਨ ਫਿਰ ਉਹੀ ਆ ਗਿਆ, ਆਪ ਨਾਮ ਹੰਕਾਰ ਦਾ ਹੈ। ਜਿਹਨੇ ਆਪਣੇ ਆਪ ਨੂੰ ਅੰਦਰੋਂ ਗਵਾ ਲਿਆ ਵੀ ਮੈਂ ਕੁਝ ਨਹੀਂ ਹਾਂ, ਜਿਹਨੇ ਇਹ ਗੱਲ ਗਵਾਈ ਹੈ, ਦੂਰ ਕੀਤੀ ਹੈ, ਉਸ ਨੂੰ ਉਹ ਮਿਲਿਆ ਹੈ। ਵਿੱਚੋਂ ਮੋਹ ਚੁਕਾਇਆ ਜਾਂ ਹਰ ਪਾਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਨੇ ਮਨ ਵਿੱਚੋਂ ਮੋਹ ਦੂਰ ਕੀਤਾ। ਗੁਰਮੁਖੋ ਇਹ ਬੜੇ ਬੜੇ ਵੱਡੇ ਵਿਕਾਰ ਨੇ। ਜਿੱਥੇ ਆਪਾਂ ਹੰਕਾਰ ਦੀ ਗੱਲ ਕੀਤੀ ਹੈ ਨਾ, ਬੰਦਾ ਸਭ ਕੁਝ ਕਰਦਾ ਹੈ ਪਰ ਮਨ ਵਿੱਚ ਫਿਰ ਵੀ ਕਿਤੇ ਨਾ ਕਿਤੇ ਹੰਕਾਰ ਬੈਠਾ ਹੈ। ਉੱਥੇ ਗੁਰਮੁਖੋ ਮੋਹ ਵੀ ਬੜਾ ਵੱਡਾ ਹੈ, ਮੋਹ ਦੀ ਤਾਕਤ ਵੀ ਬੜੀ ਹੈ। ਇਹ ਮੋਹ ਵੀ ਕਿਤੇ ਨਾ ਕਿਤੇ ਆ ਕੇ ਫੜ ਲੈਂਦਾ, ਧੀਆਂ ਦੇ ਰੂਪ ਦੇ ਵਿੱਚ, ਪੁੱਤਰ ਦੇ ਰੂਪ ਦੇ ਵਿੱਚ, ਮਾਂ-ਬਾਪ ਦੇ ਰੂਪ ਦੇ ਵਿੱਚ, ਘਰ-ਬਾਰ ਦੇ ਰੂਪ ਦੇ ਵਿੱਚ, ਜਾਂ ਆਪਣੇ ਸਰੀਰ ਦੇ ਰੂਪ ਵਿੱਚ ਵੀ ਆ ਜਾਂਦਾ ਹੈ। ਸਰੀਰ ਨਾਲ ਹੀ ਮੋਹ ਪੈ ਜਾਣਾ, ਆਪਣੇ ਆਪ ਨਾਲ ਹੀ ਮੋਹ ਪੈ ਜਾਣਾ। ਇਹ ਮੋਹ ਵੀ ਦੂਰ ਕਰਨਾ ਬੜਾ ਔਖਾ ਹੈ। ਮਹਾਰਾਜ ਕਹਿਣ ਲੱਗੇ ਵਿੱਚੋਂ ਮੋਹ ਚੁਕਾਇਆ। ਜਿਨ੍ਹਾਂ ਨੇ ਵਿੱਚੋਂ ਮੋਹ ਵੀ ਖਤਮ ਕਰ ਦਿੱਤਾ, ਨਾ ਤਨ ਦਾ ਮੋਹ ਰੱਖਿਆ ਨਾ ਪਰਿਵਾਰ ਦਾ ਮੋਹ ਰੱਖਿਆ। ਜਿਨ੍ਹਾਂ ਨੇ ਇਸ ਮੋਹ ਨੂੰ ਦੂਰ ਕੀਤਾ ਹੈ, ਹਰ ਪ੍ਰਭ ਭਾਇਆ, ਉਹ ਪਰਮਾਤਮਾ ਨੂੰ ਭਾ ਗਿਆ। ਜਾਂ ਕਹਿ ਲਈਏ ਵੀ ਇਹ ਗੁਣ ਪਰਮਾਤਮਾ ਨੂੰ ਭਾ ਗਿਆ ਉਹਦਾ, ਵੀ ਆਹ ਬੰਦਾ ਬੜਾ ਚੰਗਾ ਜਿਹਨੇ ਮੋਹ ਆਪਣਾ ਖਤਮ ਕਰ ਦਿੱਤਾ ਹੈ। ਹਰ ਕਾਮਨ ਮਨ ਭਾਣੀ, ਉਹ ਜੀਵ ਰੂਪ ਇਸਤਰੀ ਪਰਮਾਤਮਾ ਨੂੰ ਭਾ ਜਾਂਦੀ ਹੈ। ਅੰਦਨ ਗੁਣ ਗਾਵੇ ਨਿਤ ਸਾਚੇ। ਉਹ ਫਿਰ ਗੁਰਮੁਖ ਦਿਨੇ ਰਾਤ ਉਹਦੇ ਗੁਣਾਂ ਨੂੰ ਗਾਉਂਦੇ ਹਨ, ਕਥ ਕਹਾਣੀ। ਕਿਉਂਕਿ ਉਹ ਪਰਮਾਤਮਾ ਭਾਈ ਅਕਥ ਹੈ। ਉਹਦੀਆਂ ਕਹਾਣੀਆਂ ਨੂੰ ਗੁਰਮੁਖ ਕੱਥਦੇ ਰਹਿੰਦੇ ਹਨ। ਜੁਗ ਚਾਰੇ ਸਾਚਾ ਏਕੋ ਵਰਤਾ। ਚਾਰ ਯੁੱਗਾਂ ਵਿੱਚ ਪਰਮਾਤਮਾ ਉਹੀ ਹੈ, ਉਹ ਨਹੀਂ ਬਦਲਿਆ ਹੈ। ਸਤਿਯੁਗ ਦੇ ਵਿੱਚ ਵੀ ਰੱਬ ਉਹੀ ਸੀ ਤੇ ਕਲਯੁਗ ਦੇ ਵਿੱਚ ਵੀ ਉਹੀ ਹੈ। ਚਾਰ ਯੁੱਗਾਂ ਵਿੱਚ ਉਹ ਆਪ ਹੀ ਵਰਤਣ ਵਾਲਾ ਹੈ। ਬਿਨ ਗੁਰ ਕਿਨੇ ਨਾ ਪਾਇਆ। ਪਰ ਗੁਰਮੁਖੋ ਨਾ ਸਤਿਯੁਗ ਦੇ ਵਿੱਚ ਗੁਰੂ ਤੋਂ ਬਿਨਾ ਕਿਸੇ ਨੇ ਉਹਨੂੰ ਪਾਇਆ, ਨਾ ਕਲਯੁਗ ਦੇ ਵਿੱਚ ਗੁਰੂ ਤੋਂ ਬਿਨਾ ਉਹਨੂੰ ਕੋਈ ਪਾਵੇਗਾ। ਸਤਿਯੁਗ ਦੇ ਵਿੱਚ ਵੀ ਉਹਨਾਂ ਨੂੰ ਮਿਲਿਆ ਜਿਨ੍ਹਾਂ ਨੂੰ ਗੁਰੂ ਮਿਲਿਆ ਹੈ, ਤੇ ਕਲਯੁਗ ਦੇ ਵਿੱਚ ਵੀ ਉਹਨਾਂ ਨੂੰ ਮਿਲੇਗਾ ਜਿਨ੍ਹਾਂ ਨੇ ਗੁਰੂ ਨੂੰ ਪਾਲਿਆ ਹੈ, ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਨਾਨਕ ਰੰਗ ਰਵੇ ਰੰਗ ਰਾਤੀ, ਦਿਨ ਹਰ ਸੇਤੀ ਚਿਤ ਲਾਇਆ। ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਚਿਤ ਲਾ ਲਿਆ ਹੈ, ਉਹ ਗੁਰਮੁਖ ਉਹਦੇ ਰੰਗ ਦੇ ਵਿੱਚ ਰੰਗੇ ਹੋਏ, ਉਸ ਦੇ ਨਾਲ ਪ੍ਰੇਮ ਕਰਕੇ ਉਹਦੇ ਨਾਮ ਨੂੰ ਉਚਾਰਦੇ ਉਹਦੀ ਪ੍ਰਾਪਤੀ ਕਰਦੇ ਹਨ। ਕਾਮਨ ਮਨ ਸੋਹਲੜਾ ਸਾਜਨ, ਮਿਲੇ ਪਿਆਰੇ RAM। ਕਾਮਨ ਮਨ ਸੋਹਿਲੜਾ ਸਾਜਨ, ਮਿਲੇ ਪਿਆਰੇ RAM। ਜਿਨ੍ਹਾਂ ਨੂੰ ਪਿਆਰਾ ਸੱਜਣ ਉਹ RAM ਮਿਲਿਆ ਹੈ ਨਾ, ਉਹ ਜੀਵ ਰੂਪ ਇਸਤਰੀ ਸੋਹਿਲੜਾ ਕਹੀਏ ਆਨੰਦ ਦੇ ਸਮੇਤ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਆਨੰਦ ਉਹਨਾਂ ਨੂੰ ਮਿਲਿਆ ਜਿਨ੍ਹਾਂ ਨੇ ਗੁਰੂ ਦੀ ਪ੍ਰਾਪਤੀ ਕਰਕੇ ਕਮਾਈ ਕੀਤੀ ਹੈ। ਕਾਮਨ ਮਨ ਸੋਹਿਲੜਾ, ਉਸ ਜੀਵ ਰੂਪ ਇਸਤਰੀ ਨੇ ਸੋਹਿਲੜਾ ਕਹੀਏ ਮਨ ਕਰਕੇ ਆਨੰਦ ਪ੍ਰਾਪਤ ਕੀਤਾ ਹੈ, ਜਿਨ੍ਹਾਂ ਨੂੰ RAM ਪਿਆਰਾ ਸੱਜਣ ਮਿਲਿਆ ਹੈ। ਗੁਰਮਤਿ ਮਨ ਨਿਰਮਲ ਹੋਆ। ਗੁਰਮੁਖੋ ਗੁਰੂ ਦੀ ਮੱਤ ਨਾਲ ਹੀ ਮਨ ਨਿਰਮਲ ਹੁੰਦਾ, ਪਵਿੱਤਰ ਹੁੰਦਾ ਹੈ। ਰੱਖਿਆ ਉਰ ਧਾਰੇ RAM। ਜਿਨ੍ਹਾਂ ਨੇ ਉਸ ਹਰੀ ਨੂੰ ਹਿਰਦੇ ਵਿੱਚ ਧਾਰਨ ਰੱਖਿਆ ਹੈ, ਉਹ ਪ੍ਰਾਪਤ ਕਰਦੇ ਹਨ। ਹਰ ਰੱਖਿਆ ਉਰ ਧਾਰੇ ਆਪਣਾ ਕਾਰਜ ਸਵਾਰੇ। ਜਿਨ੍ਹਾਂ ਨੇ ਉਸ ਪ੍ਰਮਾਤਮਾ ਨੂੰ ਧਾਰਨ ਕਰਕੇ ਰੱਖਿਆ ਹੈ, ਉਹਨਾਂ ਨੇ ਮਨੁੱਖਾ ਜਨਮ ਦੇ ਇਸ ਕੰਮ ਨੂੰ ਸਫਲਾ ਕਰ ਲਿਆ ਹੈ। ਸਾਨੂੰ ਇਹ ਮਨੁੱਖਾ ਸਰੀਰ ਕਿਉਂ ਮਿਲਿਆ ਹੈ? ਅਸੀਂ ਲੱਗ ਗਏ ਦੁਨੀਆ ਵੱਲ, ਆਹ ਬਣਾ ਲਈਏ, ਆਹ ਕਰ ਲਈਏ, ਪਰ ਅਸਲ ਵਿੱਚ ਮਨੁੱਖਾ ਸਰੀਰ ਮਿਲਿਆ ਸੀ ਰੱਬ ਨੂੰ ਪਾਉਣ ਵਾਸਤੇ।
ਮਹਾਰਾਜ ਕਹਿਣ ਲੱਗੇ ਰਾਖਿਆ ਉਰ ਧਾਰੇ ਆਪਣਾ ਕਾਰਜ ਸਵਾਰੇ। ਜਿਨ੍ਹਾਂ ਨੇ ਮਨੁੱਖਾ ਜਨਮ ਦਾ ਇਹ ਕਾਰਜ ਸਵਾਰ ਲਿਆ ਹੈ ਕਿ ਮੈਂ ਰੱਬ ਨੂੰ ਮਿਲਣਾ ਹੈ, ਔਰ ਜਿਹੜੇ ਰੱਬ ਨੂੰ ਮਿਲ ਗਏ ਅਸਲ ਵਿੱਚ ਉਹਨਾਂ ਨੇ ਆਪਣਾ ਕਾਰਜ ਸਵਾਰਿਆ ਹੈ, ਉਹ ਹੋਏ ਸਫਲ। ਉਹਨਾਂ ਨੇ ਪ੍ਰਮਾਤਮਾ ਨੂੰ ਹਿਰਦੇ ਵਿੱਚ ਧਾਰਨ ਕੀਤਾ ਹੈ। ਗੁਰਮਤਿ ਹਰ ਜਾਤਾ। ਪਰ ਗੁਰਮੁਖੋ ਜਾਣਿਆ ਤੇ ਉਹਨਾਂ ਨੇ ਆ ਜਿਹੜੇ ਗੁਰਮਤੀਏ ਨੇ, ਗੁਰੂ ਦੀ ਮੱਤ ਵਾਲਿਆਂ ਨੇ ਉਸ ਨੂੰ ਜਾਣ ਲਿਆ ਹੈ। ਪ੍ਰੀਤਮ ਮੋਹ ਲਿਆ ਮਨ ਮੇਰਾ। ਜਿਨ੍ਹਾਂ ਦਾ ਮਨ ਉਸ ਪ੍ਰੀਤਮ ਨੇ ਮੋਹ ਲਿਆ ਹੈ, ਕਿਉਂਕਿ ਮਨ ਵੀ ਇਹ ਪਦਾਰਥ ਜਿਹੜੇ ਨੇ ਨਾ ਸਾਡੇ ਮਨ ਨੂੰ ਖਿੱਚਦੇ ਨੇ ਆਪਣੇ ਵੱਲ, ਜਿਵੇਂ ਚੁੰਬਕ ਖਿੱਚਦੀ ਹੈ ਨਾ ਲੋਹੇ ਨੂੰ ਆਪਣੇ ਵੱਲ, ਇਸੇ ਤਰ੍ਹਾਂ ਇਹ ਪਦਾਰਥ ਵੀ ਸਾਡੇ ਮਨ ਨੂੰ ਖਿੱਚਦੇ ਆਪਣੇ ਵੱਲ, ਮੇਰੇ ਵੱਲੇ ਆ ਜਾ, ਮੇਰੇ ਵੱਲੇ ਆ ਜਾ, ਤੇ ਮਨ ਸਾਡਾ ਉਧਰ ਨੂੰ ਦੌੜਦਾ। ਪਰ ਮਹਾਰਾਜ ਕਹਿਣ ਲੱਗੇ ਜਿਨ੍ਹਾਂ ਦਾ ਮਨ ਪ੍ਰਮਾਤਮਾ ਨੇ ਆਪਣੇ ਵੱਲ ਖਿੱਚ ਲਿਆ, ਆਪਣੇ ਵੱਲ ਮੋਹ ਲਿਆ ਨਾ, ਜਿਹੜੇ ਪ੍ਰਮਾਤਮਾ ਨੂੰ ਚੰਗੇ ਲੱਗੇ, ਉਹਨਾਂ ਦਾ ਫਿਰ ਉਹ ਮਨ ਆਪਣੇ ਵੱਲੇ ਖਿੱਚ ਲੈਂਦਾ ਹੈ ਵੀ ਤੂੰ ਮੇਰੇ ਵੱਲ ਆ, ਛੱਡ ਦੇ ਦੁਨੀਆ ਦੇ ਮੋਹ ਨੂੰ। ਸਤਿਗੁਰੂ ਕਹਿਣ ਲੱਗੇ ਪ੍ਰੀਤਮ ਪਿਆਰੇ ਨੇ ਜਿਨ੍ਹਾਂ ਦਾ ਮਨ ਆਪਣੀ ਤਰਫ ਖਿੱਚਿਆ ਮੋਇਆ ਹੈ, ਪਾਇਆ ਕਰਮ ਵਿਧਾਤਾ। ਉਹਨਾਂ ਨੇ ਫਲ ਬਰਦਾਤੇ ਪ੍ਰਮਾਤਮਾ ਨੂੰ ਪਾਲਿਆ ਹੈ। ਸਤਿਗੁਰ ਸੇਵ ਸਦਾ ਸੁਖ ਪਾਇਆ। ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਹੈ ਭਾਈ, ਸੇਵਾ ਕਰਨ ਵਾਲੇ ਜਿਹੜੇ ਹਨ, ਹਰ ਵਸਿਆ ਮਨ ਮੁਰਾਰੇ। ਉਹਨਾਂ ਦੇ ਮਨ ਵਿੱਚ ਮੁਰਾਰੀ ਵਸ ਗਿਆ ਹੈ। ਮੁਰਾਰੀ ਵੀ ਤੇ ਗੁਰਮੁਖੋ ਰੱਬ ਦਾ ਹੀ ਇੱਕ ਨਾਮ ਹੈ। ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਹੈ ਉਹਨਾਂ ਦੇ ਮਨ ਵਿੱਚ ਉਹ ਮੁਰਾਰੀ ਵਸਿਆ ਹੈ। ਤੇ ਪਾਤਸ਼ਾਹ ਕਹਿਣ ਲੱਗੇ ਸੁਖ ਪਾਇਆ, ਉਹਨਾਂ ਨੇ ਸਦੀਵ ਸੁਖ ਨੂੰ ਪ੍ਰਾਪਤ ਕੀਤਾ ਹੈ। ਨਾਨਕ ਮੇਲ ਲਈ ਗੁਰ ਆਪਣੇ, ਗੁਰ ਕੇ ਸ਼ਬਦ ਸਵਾਰੇ। ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਦੇ ਨਾਲ ਆਪਣੇ ਆਪ ਨੂੰ ਸਵਾਰਿਆ ਹੈ। ਜਿਵੇਂ ਆਪਾਂ ਸਰੀਰ ਨੂੰ ਸਵਾਰਦੇ ਹਾਂ ਨਾ, ਨਹਾਉਂਦੇ ਹਾਂ, ਧੋਦੇ ਹਾਂ, ਪੱਗ ਬੰਨ੍ਹਦੇ ਹਾਂ, ਸੋਹਣੇ ਕੱਪੜੇ ਪ੍ਰੈਸ ਕਰਕੇ ਪਾਉਂਦੇ ਹਾਂ, ਇਹ ਸਰੀਰ ਨੂੰ ਸਵਾਰਨਾ ਹੈ ਕਿ ਦੁਨੀਆ ਕਵੇ ਵੀ ਠੀਕ ਚੰਗੇ ਕੱਪੜੇ ਪਾਏ, ਦੁਨੀਆ ਨੂੰ ਬੁਰਾ ਨਾ ਲੱਗਾ। ਜਿਵੇਂ ਅਸੀਂ ਆਪਣੇ ਤਨ ਨੂੰ ਸਵਾਰਦੇ ਹਾਂ ਦੁਨੀਆ ਵਿੱਚ ਜਾਣ ਵਾਸਤੇ, ਇਸੇ ਤਰ੍ਹਾਂ ਜਿਨ੍ਹਾਂ ਨੇ ਰੱਬ ਨੂੰ ਪਾਉਣ ਵਾਸਤੇ ਆਪਣੇ ਆਪ ਨੂੰ ਸਵਾਰਿਆ ਹੈ। ਆਪਣੇ ਆਪ ਨੂੰ ਸਵਾਰਨਾ ਗੁਰੂ ਦੇ ਕਹਿਣੇ ਵਿੱਚ ਰਹਿ ਕੇ, ਹੁਕਮ ਦੇ ਵਿੱਚ ਰਹਿ ਕੇ ਭਾਉ ਭਗਤੀ ਕਰਨੀ, ਪ੍ਰੇਮਾ ਭਗਤੀ ਕਰਨੀ। ਮਹਾਰਾਜ ਕਹਿਣ ਲੱਗੇ ਗੁਰ ਕੈ ਸ਼ਬਦ ਸਵਾਰੇ, ਜਿਹੜੇ ਗੁਰੂ ਦੇ ਉਪਦੇਸ਼ ਦੇ ਵਿੱਚ ਆਪਣੇ ਆਪ ਨੂੰ ਸਵਾਰ ਗਏ, ਗੁਰੂ ਦੇ ਉਪਦੇਸ਼ ਵਿੱਚ ਚੱਲੇ, ਨਾਨਕ ਮੇਲ ਲਈ ਗੁਰ ਆਪਣੇ। ਫਿਰ ਆਪਣੇ ਆ ਗੁਰਾਂ ਨੇ ਕਿਰਪਾ ਕਰਕੇ, ਗੁਰ ਨਾਮ ਇੱਥੇ ਗੁਰਮੁਖੋ ਹੈ ਪ੍ਰਕਾਸ਼ ਸਰੂਪ ਪਰਮਾਤਮਾ ਦਾ, ਉਹਨਾਂ ਨੂੰ ਪਰਮਾਤਮਾ ਆਪਣੇ ਨਾਲ ਮੇਲ ਲੈਂਦਾ ਹੈ। ਐਸੀ ਦਾਤ ਪ੍ਰਾਪਤ ਹੁੰਦੀ ਹੈ। ਇਹ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਸ਼ਬਦ ਥੋੜ੍ਹੇ ਵੱਡੇ ਨੇ, 4-4 ਪੌੜੀਆਂ ਦੇ ਵੱਡੇ ਸ਼ਬਦ ਨੇ। ਇਸ ਕਰਕੇ ਆਪਾਂ ਇਹਨਾਂ ਦੇ ਅੱਖਰੀ ਅਰਥ ਸਰਵਣ ਕਰਕੇ ਇਹ ਜਿਹੜੀ ਦਾਤ ਹੈ ਉਹ ਪ੍ਰਾਪਤ ਕਰ ਰਹੇ ਹਾਂ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਵਸਿਆ ਮਨ ਮੁਰਾਰੇ। ਨਾਨਕ ਮੇਲ ਲਈ ਗੁਰ ਆਪਣੇ, ਗੁਰ ਕੇ ਸ਼ਬਦ ਸਵਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।